ਜਸ ਟੀਵੀ ਦੇਖ ਰਹੇ ਹੋ ਤੁਸੀਂ। मैं KP ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਪੰਜਾਬ ਸਰਕਾਰ ਤੇ ਗਵਰਨਰ ਦੇ ਵਿਚਾਲੇ ਰੇੜਕਾ ਵੱਧਦਾ ਜਾ ਰਿਹਾ। ਮੁੱਦਾ ਇਜਲਾਸ ਤੋਂ ਸ਼ੁਰੂ ਹੋਇਆ ਸੀਗਾ, ਉਸ ਤੋਂ ਬਾਅਦ ਜਿਹੜਾ ਫੰਕਸ਼ਨ ਸੀ ਏਅਰਫੋਰਸ ਦਾ, ਉੱਥੇ ਰਾਜਪਾਲ ਹਰਾ ਨੇ ਤਾਨਾ ਮਾਰਿਆ ਭਗਵੰਤ ਮਾਨ ਕਿੱਥੇ ਨੇ, ਰਾਸ਼ਟਰਪਤੀ ਉੱਥੇ ਸੀਗੇ। ਵਿਰੋਧੀ ਪਾਰਟੀਆਂ ਨੇ ਵੀ ਕਿਹਾ ਵੀ ਮੁੱਖ ਮੰਤਰੀ ਉੱਥੇ ਹਾਜ਼ਰ ਹੋਣਾ ਚਾਹੀਦਾ ਸੀਗਾ। ਉਸ ਤੋਂ ਬਾਅਦ ਬਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਤੇ VC ਦਾ ਮੁੱਦਾ, ਉਸ ਪੈਨਲ ਦਾ ਮੁੱਦਾ ਸਾਡੇ ਸਾਹਮਣੇ ਆਇਆ। ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਮੁੱਦਾ ਸਾਡੇ ਸਾਹਮਣੇ ਖੜਾ ਹੈ ਤੇ ਇਹ ਤਕਰਾਰ ਵੱਧਦਾ ਪਿਆ ਤੇ ਇਸ ਤਕਰਾਰ ਦਾ ਪੰਜਾਬ ਨੂੰ ਫਾਇਦਾ ਕੀ ਹੈ, ਨੁਕਸਾਨ ਕੀ ਹੈ, ਸਾਰੇ ਸਵਾਲ ਹੋਣੇ ਲਾਜ਼ਮੀ ਹੈ। ਵੱਡਾ ਸਵਾਲ ਪੰਜਾਬ ਪੁੱਛ ਰਿਹਾ, ਪੰਜਾਬ 'ਚ ਕਿਸ ਦਾ ਹੁਕਮ ਚੱਲੇਗਾ। ਰਾਜਪਾਲ ਦੀ ਇੱਕ ਚਿੱਠੀ ਸਾਹਮਣੇ ਆਉਂਦੀ ਹੈ ਤੇ ਸਰਕਾਰ ਭੜਕ ਜਾਂਦੀ ਹੈ। ਸੁਣ ਲਈਏ ਕੀ ਕਹਿ ਰਹੇ ਹੈ। ਕੋਈ ਕਮੀ ਪੇਸ਼ੀ ਨਹੀਂ ਹੈ। ਤੁਸੀਂ 3 ਵਾਰ ਕਹਿ ਰਹੇ ਹੋ ਗੁਜਰਾਤ ਦੀ ਇਲੈਕਸ਼ਨ ਤੱਕ 8 ਦਸੰਬਰ ਤੱਕ 3 ਵਾਰ ਦੀ 30 ਵਾਰ ਇਦਾਂ ਹੋਊਗਾ, ਜੋ ਮਰਜ਼ੀ ਕਰ ਲੈ 3 ਵਾਰ ਦੀ 30 ਵਾਰ ਸਾਡੇ ਨਾਲ ਇਦਾਂ ਹੋਊਗਾ। ਕਈ ਸਾਡੇ ਨੁਕਸ ਕੱਢੇ ਜਾਣਗੇ, ਪਰ ਅਸੀਂ ਗੁਜਰਾਤ ਜਿਹੜਾ ਜਿੱਤਾਂਗੇ। ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ, ਲੁਧਿਆਣਾ ਯੂਨੀਵਰਸਿਟੀ PAU ਉਹਨਾਂ ਦੇ ਅੰਦਰ ਨਹੀਂ ਹੁੰਦੀ, ਉਹ ਸਾਬਤ ਕਰਕੇ ਦਿਖਾਉਣ। ਮੇਰਾ ਚੈਲੰਜ ਹੈ, ਉਹ ਸਾਬਤ ਕਰਨ ਗਵਰਨਰ ਸਾਹਿਬ ਵੀ ਉਹਨਾਂ ਦੇ ਅੰਦਰ ਆਉਂਦੀ ਹੈ, ਉਹ ਸਾਬਤ ਕਰਕੇ ਦੱਸਣ ਵੀ ਇਹ ਯੂਨੀਵਰਸਿਟੀ ਉਹਨਾਂ ਦੇ ਅੰਦਰ ਆਉਂਦੀ ਹੈ। ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਅੱਜ ਸ਼ਾਮ ਨੂੰ ਫਿਰ ਦੁਬਾਰਾ ਲੁਧਿਆਣਾ ਯੂਨੀਵਰਸਿਟੀ ਦਾ ਐਕਟ ਪੜ੍ਹ ਲੈਣ ਪਹਿਲਾਂ ਵੀ ਇਹ ਕਿੱਦਾਂ ਬਣੀ, ਇਹਦਾ ਐਕਟ ਕੀ ਕਹਿੰਦਾ, ਕੌਣ ਐਕਟ ਪੜ੍ਹਦਾ ਪਿਆ, ਕੌਣ ਰੈਕਟ ਕਰਦਾ ਪਿਆ ਤੇ ਕਿਸ ਤੇ ਇਫੈਕਟ ਹੋਵੇਗਾ, ਸਾਰੇ ਸਵਾਲ ਹੈ। ਵੱਡਾ ਸਵਾਲ ਅਸੀਂ ਪੁੱਛਾਂਗੇ ਕਿ ਰਾਜਪਾਲ ਤੇ ਆਪ ਸਰਕਾਰ 'ਚ ਵਾਧੇ ਟਕਰਾਅ ਵਿਚਾਲੇ ਪੰਜਾਬ ਅੱਗੇ ਚੁਣੌਤੀ ਕੀ। ਇਸੇ ਸਵਾਲ ਤੇ ਬਹਿਸ ਹੋਈ। ਜਿਹੜਾ ਪੈਨਲ ਸਾਡੇ ਨਾਲ ਹੈ ਉਹ ਤੁਹਾਡਾ ਤਾਰਫ ਕਰਾਉਣੇ, ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਏਗੀ। ਪ੍ਰੋਫੈਸਰ ਮੁਹੰਮਦ ਖਾਲਿਦ ਪੋਲੀਟੀਕਲ ਐਨਲਿਸਟ ਨੇ। ਪ੍ਰੋਫੈਸਰ ਮੁਹੰਮਦ ਖਾਲਿਦ ਨੂੰ ਸੰਵਿਧਾਨ ਤੇ ਗੈਰ ਸੰਵਿਧਾਨਿਕ ਜਿਹੜੀਆਂ ਸਾਰੀਆਂ ਮਦਾਂ ਜਿਹਨਾਂ ਜ਼ਿਕਰ ਹੁੰਦਾ ਉਸ ਬਾਰੇ ਚੰਗੀ ਤਰ੍ਹਾਂ ਪਤਾ, ਕਿਉਂਕਿ ਇਹ ਪੋਲੀਟੀਕਲ ਸਾਇੰਸ ਦੇ ਸਟੂਡੈਂਟ ਤਿਆਰ ਕਰਦੇ ਆ ਤੇ ਮੁਹੰਮਦ ਖਾਲਿਦ ਹਰਾਂ ਨੂੰ ਇਹ ਵੀ ਪਤਾ ਹੈ ਕਿ ਪੋਲਿਟਿਕਸ ਚੱਲ ਕੀ ਰਹੀ ਹੈ। ਖਾਲਿਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸਰ। ਜੀ ਮਿਹਰਬਾਨੀ। अहबाब सिंह गरेवाल आम आदमी पार्टी स्पोक्स पर्सन है, संजय कपूर भारतीय जनता पार्टी बुला रहे हैं, हरप्रीत सिंह खड़ियाल कांग्रेस स्पोक्स पर्सन है, अमरजीत सिंह धारनी श्रोमणी अकाली दल बुला रहे हैं। सारे मैं उन्होंने बहुत स्वागत करते हैं जी। सब तो पहला सवाल खालिद साहब तुहानू करना चाहूँ। खालिद साहब इस तकरार का मतलब है की है? गवर्नर साहब जो एक्शन लै रहे हैं उन्हें एक्शन के विचाले किते लाट साहब इस मुद्दे ते मात तां नहीं खा रहे? खालिद साहब देखो इदा है कि ये जिहड़ा मुद्दा है कि वाइस चांसलर ਨੂੰ ਅਪਾਇੰਟਮੈਂਟ ਦਾ ਜਾਂ ਵਾਈਸ ਚਾਂਸਲਰ ਦੀ ਰਿਮੂਵਲ ਦਾ, ਇਹ ਮੁੱਦਾ ਕੇਵਲ ਪੰਜਾਬ ਦੇ ਵਿੱਚ ਨਹੀਂ, ਜਿੱਥੇ ਜਿੱਥੇ ਵੀ ਸਰਕਾਰਾਂ ਹੈਗੀਆਂ ਆਪੋਜੀਸ਼ਨ ਦੀਆਂ ਉੱਥੇ ਚੱਲ ਰਿਹਾ ਹੈ ਔਰ ਬੜੀ ਦੇਰ ਤੋਂ ਚੱਲ ਰਿਹਾ। ਤੁਸੀਂ ਕੇਰਲਾ ਦੀ ਐਗਜ਼ਾਮਪਲ ਲੈ ਲਓ, ਤਾਮਿਲਨਾਡੂ ਦੀ ਲੈ ਲਓ, ਵੈਸਟ ਬੰਗਾਲ ਦੀ ਲੈ ਲਓ, ਇਹ ਪੰਜਾਬ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਵੀ ਹੋਇਆ, ਪੰਜਾਬ ਦੇ ਵਿੱਚ ਵੀ ਹੋਇਆ। ਦੇਖੋ ਦੋ ਚੀਜ਼ਾਂ ਹੈਗੀਆਂ, ਇੱਕ ਤਾਂ ਹੈਗੀਆਂ ਪਾਵਰਸ ਗਵਰਨਰ ਦੀਆਂ, ਕਨਸਟੀਟਿਊਸ਼ਨਲ ਪਾਵਰ ਜਿਹੜਾ ਕਿ ਸੰਵਿਧਾਨ ਦੇ ਵਿੱਚ ਲਿਖੀਆਂ ਹੋਈਆਂ। ਇੱਕ ਹੈਗੀਆਂ ਸਟੈਚੂਟਰੀ ਪਾਵਰਸ। ਸਟੈਚੂਟਰੀ ਪਾਵਰਸ ਉਹ ਪਾਵਰਸ ਹੈ ਜਿਹੜੀਆਂ ਕਿ ਯੂਨੀਵਰਸਿਟੀ ਦੇ ਐਕਟ ਦੇ ਵਿੱਚ ਲਿਖੀਆਂ ਹੋਈਆਂ, ਔਰ ਜ਼ਿਆਦਾਤਰ ਜਗ੍ਹਾ ਤੇ ਐਕਸ ਆਫੀਸ਼ੋ ਚਾਂਸਲਰ ਜਿਹੜਾ ਹੈਗਾ ਉਹ ਗਵਰਨਰ ਹੁੰਦਾ ਹੈ, ਜਿੱਥੇ ਤੱਕ ਸਟੇਟ ਯੂਨੀਵਰਸਿਟੀਆਂ ਦਾ ਸਵਾਲ ਹੈ। ਲੇਕਿਨ ਕਈ ਸਟੇਟਾਂ ਨੇ ਜਿਸ ਵੇਲੇ ਦੇਖਿਆ ਕਿ ਗਵਰਨਰ ਇੰਟਰਫੇਅਰ ਕਰ ਰਹੇ ਹੈ ਅਪਾਇੰਟਮੈਂਟਾਂ ਦੇ ਵਿੱਚ ਵੀ, ਵਾਈਸ ਚਾਂਸਲਰਾਂ ਦੀਆਂ ਅਪਾਇੰਟਮੈਂਟਾਂ ਦੇ ਵਿੱਚ ਵੀ, ਤੇ ਜਿਹੜੀਆਂ ਨੋਮੀਨੇਸ਼ਨਸ ਹੁੰਦੀਆਂ ਉਹਦੇ ਵਿੱਚ ਕੋਰਟ ਦੇ ਵਿੱਚ ਜਾਂ ਸੈਨੇਟ ਸਿੰਡੀਕੇਟ ਦੇ ਵਿੱਚ, ਉਹਦੇ ਵਿੱਚ ਵੀ, ਤਾਂ ਉਹਨਾਂ ਨੇ ਰੈਜ਼ੋਲੂਸ਼ਨ ਕਈ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤੇ ਜਿਨ੍ਹਾਂ ਨੂੰ ਕੋਈ ਵੀ ਗਵਰਨਰ ਨੇ ਐਕਸੈਪਟ ਨਹੀਂ ਕੀਤਾ, ਐਕਸੈਪਟ ਵਨ। ਜਿਸ ਵੇਲੇ ਨਰਿੰਦਰ ਮੋਦੀ ਚੀਫ ਮਿਨਿਸਟਰ ਸੀਗੇ ਗੁਜਰਾਤ ਦੇ, 2013 ਦੇ ਵਿੱਚ ਗੁਜਰਾਤ ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਬਿੱਲ ਪਾਸ ਕੀਤਾ ਜਿਹੜਾ ਕਿ ਅਪਰੂਵ ਨਹੀਂ ਕੀਤਾ ਸੀਗਾ, ਮਤਲਬ ਉਹਦੀ ਕੰਸੈਂਟ ਨਹੀਂ ਹੋ ਸਕੀ ਸੈਂਟਰ ਦੀ, ਕਿਉਂਕਿ ਪੰਜਾਬ ਉਹਦੇ ਵਿੱਚ ਕਾਂਗਰਸ ਦੀ ਸਰਕਾਰ ਦੀ। 2015 ਦੇ ਵਿੱਚ ਜਿਸ ਵੇਲੇ ਉਹਨਾਂ ਦੀ ਸੈਂਟਰ ਸਰਕਾਰ ਆ ਗਈ, ਉਸ ਵੇਲੇ ਉਹਦੀ ਅਪਰੂਵਲ ਹੋ ਗਈ। ਇਹਦਾ ਮਤਲਬ ਹੈਗਾ ਕਿ ਇਹ ਲੜਾਈ ਨਵੀਂ ਨਹੀਂ ਹੈ। ਹੁਣ ਜਦ ਆਪਾਂ ਪੰਜਾਬ ਦੀ ਜੇ ਆਪਾਂ ਗੱਲ ਕਰੀਏ, ਪੰਜਾਬ ਦੇ ਵਿੱਚ ਇਹ ਵੱਧਦਾ ਚਲਾ ਜਾ ਰਿਹਾ। ਇਹਦਾ ਇੱਕ ਹੈਗਾ ਐਡਮਿਨਿਸਟ੍ਰੇਟਿਵ ਪਹਿਲੂ, ਦੂਸਰਾ ਹੈਗਾ ਪੋਲੀਟੀਕਲ ਪਹਿਲੂ। ਪੋਲੀਟੀਕਲ ਪਹਿਲੂ ਇਹਦਾ ਇਹ ਹੈਗਾ ਕਿ ਗਵਰਨਰ ਤੇ ਸਰਕਾਰ ਜਿਹੜੀ ਹੈਗੀ ਸਟੇਟ ਦੀ, ਉਹ ਇੱਕ ਕਨਫਰੰਟੇਸ਼ਨ ਵੱਲ ਵੱਧ ਰਹੇ ਆ, ਜਿਹੜਾ ਕਿ ਸਾਡੀ ਐਡਮਿਨਿਸਟ੍ਰੇਸ਼ਨ ਵਾਸਤੇ, ਸਟੇਟ ਦੀ ਐਡਮਿਨਿਸਟ੍ਰੇਟਿਵ ਸਿਹਤ ਵਾਸਤੇ ਠੀਕ ਨਹੀਂ ਹੋਏਗਾ। ਉਹਦੇ ਨਾਲ ਲੈਜਿਸਲੇਸ਼ਨ ਵੀ ਇਫੈਕਟ ਹੋਏਗਾ ਕੱਲ ਨੂੰ, ਉਹਦੇ ਵਿੱਚ ਯੂਨੀਵਰਸਿਟੀਆਂ ਦੀਆਂ ਫੰਕਸ਼ਨਿੰਗਸ ਵੀ ਇਫੈਕਟ ਹੋਣਗੀਆਂ, ਔਰ ਇਹ ਟਕਰਾਅ ਜਿਹੜਾ ਹੈਗਾ ਇਹ ਸਾਡੇ ਐਜੂਕੇਸ਼ਨ ਸਿਸਟਮ ਵਾਸਤੇ ਵੀ ਠੀਕ ਨਹੀਂ ਹੈ। ਆਮ ਤੌਰ ਪਰ ਜੋ ਰਿਕਮੈਂਡੇਸ਼ਨਸ ਸਟੇਟ ਗਵਰਨਮੈਂਟ ਦੀਆਂ ਹੁੰਦੀਆਂ ਹਨ, ਗਵਰਨਰ ਉਹਨਾਂ ਨੂੰ ਐਕਸੈਪਟ ਕਰਨੇ, ਐਕਸੈਪਟ ਕਰ ਲੈਣਾ ਚਾਹੀਦਾ ਹੈ।
ਲੇਕਿਨ ਅਗਰ ਆਪਾਂ ਪੋਲੀਟੀਕਲੀ ਦੇਖੀਏ ਤਾਂ ਕਈ ਜਗ੍ਹਾ ਤੇ ਇਹ ਕਨਫਰੰਟੇਸ਼ਨ ਜਿਹੜੀ ਹੈਗੀਆਂ ਵਧਦੀਆਂ ਚਲੀਆਂ ਜਾ ਰਹੀਆਂ, ਉਹਦੇ ਵਿੱਚ ਨਵੀਂ ਐਡੀਸ਼ਨ ਜਿਹੜੀ ਹੈਗੀ ਆ ਪੰਜਾਬ ਦੀ ਹੋਈ ਹੈ। ਮੇਰੇ ਕੋਲੇ ਆ ਐਕਟ ਪਿਆ ਖਾਲਿਦ ਸਾਹਿਬ ਮੈਂ ਸਵਾਲ ਕਰ ਰਿਹਾ ਸੀ, ਲਾਟ ਸਾਹਿਬ ਇਸ ਮੁੱਦੇ ਤੇ ਮਾਤ ਤਾਂ ਨਹੀਂ ਖਾ ਗਏ ਸਰ? ਖਾਲਿਦ ਸਾਹਿਬ ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ ਸਰ? ਜੀ ਜੀ ਖਾਲਿਦ ਸਾਹਿਬ, ਲਾਟ ਸਾਹਿਬ ਇਸ ਮੁੱਦੇ ਤੇ ਮਾਤ ਤਾਂ ਨਹੀਂ ਖਾ ਗਏ ਕਿਤੇ? ਦੇਖੋ ਗੱਲ ਇਹ ਹੈ ਕਿ ਅਗਰ ਇਹ ਮਾਮਲਾ ਜ਼ਿਆਦਾ ਵੱਧ ਗਿਆ ਤਾਂ ਡੈਫੀਨਿਟਲੀ ਇਹਦੇ ਦੇਖੋ, ਅਗਰ ਤਾਂ ਸਟੇਟ ਗਵਰਨਮੈਂਟ ਗਵਰਨਰ ਨੂੰ ਕਾਊਂਟਰ ਕਰਦੀ ਰਹਿੰਦੀ ਹੈ ਤਾਂ ਗਵਰਨਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਰਿਪੋਰਟ ਸੈਂਟਰ ਗਵਰਨਮੈਂਟ ਨੂੰ ਭੇਜ ਸਕਦਾ। ਆਫਟਰ ਆਲ ਗਵਰਨਰ ਜਿਹੜਾ ਹੈਗਾ ਸੈਂਟਰ ਗਵਰਨਮੈਂਟ ਦਾ ਰਿਪਰੈਜ਼ੈਂਟੇਟਿਵ ਦਾ ਸਟੇਟ ਦੇ ਵਿੱਚ, ਕਨਸਟੀਟਿਊਸ਼ਨਲੀ ਉਹਦੀ ਕੋਈ ਵੀ ਪੋਜੀਸ਼ਨ ਹੋਵੇ, ਔਰ ਉਹਦੇ ਵਿੱਚ ਅਗਰ ਇਹ ਵੱਧਦੀ ਹੈ ਤਾਂ ਗਵਰਨਰ ਨੂੰ ਵੀ ਕੰਮ ਕਰਨਾ ਮੁਸ਼ਕਿਲ ਹੋ ਜਾਏਗਾ। ਸਟੇਟ ਗਵਰਨਮੈਂਟ ਦੇ ਕੰਮ ਦੇ ਉੱਪਰ ਵੀ ਕਾਫੀ ਜ਼ਿਆਦਾ ਅਸਰ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਪਏਗਾ, ਜਿਸ ਤਰ੍ਹਾਂ ਸਿਚੁਏਸ਼ਨ ਜਿਹੜੀ ਹੈਗੀ ਆਪਾਂ ਦੇਖ ਰਹੇ ਹਾਂ। ਠੀਕ ਹੈ। ਸੰਜੇ ਕਪੂਰ ਤੁਸੀਂ ਜਾਣਬੁੱਝ ਕੇ ਪੰਜਾਬ ਦੇ ਵਿੱਚ ਇਹੋ ਜੀ ਟਕਰਾਅ ਚਾਹੁੰਦੇ ਪਏ ਹੋ? ਸੰਜੇ ਕਪੂਰ, ਇਹ ਟਕਰਾਅ ਦੀ ਮਿਆਦ 8 ਦਸੰਬਰ ਤੱਕ ਹੈ। देखो ऐसा हैगा है कि भारतीय जनता पार्टी ਦਾ ਇਸ ਮੈਟਰ 'ਚ ਕੋਈ ਰੋਲ ਨਹੀਂ ਹੈਗਾ। ਮੈਟਰ ਹੈਗਾ ਪੰਜਾਬ ਦੀ ਆਪ ਗਵਰਨਮੈਂਟ ਤੇ ਗਵਰਨਰ ਦੇ ਵਿੱਚ। ਇੱਕ ਮੈਂ ਦੇਖਣਾ, ਮੈਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਬੜੇ ਇਮੈਚੁਰ ਤਰੀਕੇ ਦੇ ਨਾਲ ਸਰਕਾਰ ਨੂੰ ਚਲਾਉਣ ਦੀ ਕੋਸ਼ਿਸ਼ ਕਰਦੀ ਪਈ ਹੈ। ਛੋਟੇ ਛੋਟੇ ਮੁੱਦੇ ਹੈਗੇ ਆ ਜਿਨ੍ਹਾਂ ਨੂੰ ਬੜੀ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ, ਬਟ ਅਨਫੋਰਚੂਨੇਟਲੀ ਇਹ ਛੋਟੇ ਛੋਟੇ ਮੁੱਦਿਆਂ ਤੇ ਵੀ ਆਪਾਂ ਕੰਟਰਾਡਿਕਸ਼ਨ ਕ੍ਰੀਏਟ ਕਰੀ ਜਾਂਦੇ ਪਏ ਆ। ਉਹਦਾ ਕਾਰਨ ਕੀ ਹੈ, ਉਹਦੇ ਪਿੱਛੇ ਇਹਨਾਂ ਦੀ ਮਨਸ਼ਾ ਕੀ ਹੈ, ਇਹ ਆਮ ਆਦਮੀ ਪਾਰਟੀ ਦੇ ਲੋਕ ਬਿਹਤਰ ਦੱਸ ਸਕਦੇ ਹੈਗੇ। ਜੇ ਇੱਕ ਜਨਰਲ ਪ੍ਰੋਸੀਜਰ ਹੈਗਾ ਵਾ, ਉਸ ਪ੍ਰੋਸੀਜਰ ਨੂੰ ਫੋਲੋ ਕਰ ਲਿੱਤਾ ਜਾਵੇ ਤੇ ਮੇਰਾ ਨਹੀਂ ਖਿਆਲ ਕਿ ਇਹੋ ਜੀ ਕੰਟਰਾਡਿਕਸ਼ਨਸ ਪੈਦਾ ਹੋ ਸਕਦੀਆਂ। ਉਹ ਤਾਂ ਕਹੀ ਜਾਂਦੇ ਆ ਰਿਮੋਟ ਬੀਜੇਪੀ ਕੋਲੇ ਆ, ਤੁਸੀਂ ਕਹਿ ਰਹੇ ਆ ਤੇ ਗਵਰਨਰ ਤੇ ਪੰਜਾਬ ਸਰਕਾਰ ਦੇ ਵਿੱਚ ਰੇੜਕਾ ਹੈ। ਉਹ ਕਹਿੰਦੇ ਰਿਮੋਟ ਬੀਜੇਪੀ ਕੋਲੇ ਆ ਤੇ ਉਹ ਕਹਿੰਦੇ ਰਿਮੋਟ 8 ਦਸੰਬਰ ਤੱਕ ਕੰਮ ਕਰੂਗਾ। ਦੇਖੋ ਇਹ ਐਲੀਗੇਸ਼ਨ ਹੈਗੀ ਹੈ, ਔਰ ਜਿੰਨੀ ਦੇਰ ਤੱਕ ਇਲੈਕਸ਼ਨ ਗੁਜਰਾਤ ਹਿਮਾਚਲ ਦੇ ਨਹੀਂ ਹੋ ਜਾਣੇ ਉਨੀ ਦੇਰ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਲੀਗੇਸ਼ਨ ਲਗਾਈ ਹੀ ਜਾਣੇ ਹੈਗੀ ਹੈ। ਪਹਿਲੇ ਉਹ ਪੈਸਿਆਂ ਦਾ ਐਲੀਗੇਸ਼ਨ ਲਗਾਉਂਦੇ ਪਏ ਸੀ ਕਿ ਇੰਨੇ ਕਰੋੜ ਰੁਪਏ ਉਹਨਾਂ ਦੇ ਐਮਐਲਏ ਨੂੰ ਦੇ ਦਿੱਤੇ। ਅੱਜ 1 ਮਹੀਨਾ ਹੋ ਗਿਆ ਐਫਆਈਆਰ ਲੌਂਚ ਕੀਤੇ ਹੋਏ, ਅੱਜ ਤੱਕ ਕਦੀ ਕੁਝ ਰਿਪੋਰਟ ਆਈ ਉਹਦੇ ਵਿੱਚ ਕੀ ਨਿਕਲੀ? ਨਹੀਂ ਕਿਤੇ ਇਹ ਤਾਂ ਨਹੀਂ ਵੀ ਉਹ ਆਪਰੇਸ਼ਨ ਫੇਲ ਹੋ ਗਿਆ ਇਸ ਕਰਕੇ ਆਪਾਂ ਇਹ ਪੰਗੇ ਲੈਣੇ ਸ਼ੁਰੂ ਕਰਤੇ। संजय कपूर जी नहीं और सिर्फ इलेक्शन के मद्देनजर आम आदमी पार्टी वाले भारतीय जनता पार्टी ते एलिगेशन लगा रहे हैं। तुसी अपने प्रोसेस नु फॉलो करो, जो कॉन्स्टिट्यूशनल प्रोसीजर है जे गवर्नर साहब दी सख्ती लोड़ है, जे कोई प्रोसीजर है फॉलो करके अपना काम करवाओ। पर वो चाहते हैं इतनी देर तक इलेक्शन चल रहे हैं ना, कोई ना कोई मुद्दा आप खड़ा कर छड़िए और लोगों को कोशिश करिए कि भारतीय जनता पार्टी सरकार चलन नहीं दे रही, जेड़ा कि सच्चाई दे नाल कोई लेना देना नहीं है। ठीक है संजय कपूर जी वापस आऊंगा, संजय कपूर जी वापस आऊंगा। ठीक संजय कपूर जी ਤੁਹਾਡਾ ਆਰਗੂਮੈਂਟ ਆ ਗਿਆ। सरकार ने चल रही और एलिगेशन बीजेपी ਤੇ। ठीक है ਗਰੇਵਾਲ ਸਾਹਿਬ ਤੁਸੀਂ ਗੁਜਰਾਤ ਹਿਮਾਚਲ ਲਈ ਪੰਜਾਬ ਨੂੰ ਪ੍ਰੈਕਟਿਸ ਗਰਾਊਂਡ ਬਣਾਇਆ ਹੋਇਆ। केपी जी पहली गल दसा, देखो ये मैनू समझ नहीं आती, एक पोलिटिकल पार्टी एक थां ते इलैक्शन लड़ रही है, स्टेट गवर्नमेंट नाल उहदा की रोल है, पहली गल। दूजी गल, खालिद सर ने बिल्कुल ही हिट द नेल ऑन द हेड जदों उन्होंने कहा कि ये कन्फ्रंटेशन जिहड़ी आपां हुण पंजाबी च गल कर रहे ना, बंगाली, तेलुगू, तमिल, मलयालम, ये हर एक भाषा च ये डिबेट चलती है कि की बीजेपी फैडरल स्ट्रक्चर की रक्षा करती है, सॉरी फैडरल स्ट्रक्चर को मानती है कि ढा लाने की कोशिश करती है, क्योंकि जिथे भी ओपोजिशन स्टेट्स ने इन्होंने यह किया। सैकेंडली इन्होंने वो डिवर्ट करने की, सबवर्ट करने की डेमोक्रेसी कोशिश की है। खालिद सर ने कहा कि जिथे भी स्टेट गवर्नमेंट भेजती है बना के, अक्सर तुसी कहते हो कि गवर्नर साहब इत्थे नुमाइंदे ने सेंटर दे, सो बेसिकली ही इज सपोज टू बी न्यूट्रल। जिवें महामहिम राष्ट्रपति हुंदे आ, गवर्नर साहब नूं न्यूट्रल होना चाहिए, बट अनफॉर्चुनेटली अपने इतिहास रहा कि गवर्नर साहब न्यूट्रल नहीं रहे। तो हुण की होया, गवर्नर साहब एज एन आफ्टर थॉट कुछ करते हैं। पहला उन्होंने रब थोड़ा भला करे उहदा करता जी की कहते हैं, पहला असैंबली सैशन में उन्होंने इजाजत दी, फिर उन्होंने वापस ले ली। हुण इन्हां को 2 महीने की लैटर ते साइन होने पई सी, ऑल ऑफ अ सडन इन्हां नूं इंस्ट्रक्शंस आउंदियां ने कि नहीं जी हुण इहदे ते बीसीआर ते भी पंगा लो, हुण आपां बाकी देश वांगू बीसीआर दे नियुक्तियां ते भी पंगा लेना है। सर भारत एक फैडरल स्ट्रक्चर है जिहदे विच ये डिफाइंड है कि स्टेटां दे की अधिकार ने ते केंद्र दे की अधिकार ने, ते बाकी जिहड़े ने कंकरेंट लिस्ट ने, जिथे जिहड़े जाके जिथे मीट करदे आ उत्थे कोई कन्फ्रंटेशन हो सकदी है। बट जिहड़ा एजुकेशन है
ਤੇ ਜਿਹੜਾ ਰਾਈਟ ਟੂ ਐਜੂਕੇਸ਼ਨ ਸਟੇਟ ਦਾ ਅਧਿਕਾਰ ਖੇਤਰ, ਸਟੇਟ ਨੂੰ ਅਧਿਕਾਰ ਖੇਤਰ ਐਕਸਰਸਾਈਜ਼ ਕਰਨ ਦਾ ਪੂਰਾ ਹੱਕ ਹੈ। ਅਸੀਂ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਬਹੁਤ ਮੈਚੁਰ ਹੋ, ਤੁਹਾਡੇ 'ਚ ਮੈਚਿਓਰਿਟੀ ਬਹੁਤ ਜ਼ਿਆਦਾ ਹੈ। ਮੈਂ ਆਸ਼ਾ ਕਰਦਾ ਕਿ ਮੈਚਿਓਰਿਟੀ ਦਿਖਾ ਕੇ, ਦਰਿਆਦਰੀ ਦਿਖਾ ਕੇ ਇਹ ਐਕਸੈਪਟ ਕਰਨਗੇ ਕਿ ਸਟੇਟ ਗਵਰਨਮੈਂਟ ਨੇ ਜੋ ਚੁਣਿਆ ਉਹ ਸਹੀ ਹੈ। ਐਂਡ KP ਜੀ ਕੀ ਐਡ ਕਰਦਾ, ਇਹ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ, ਇਹ ਪੰਜਾਬ ਹਰਿਆਣਾ ਐਗਰੀਕਲਚਰ ਯੂਨੀਵਰਸਿਟੀਜ਼ ਐਕਟ 1970 ਦੇ ਅਧੀਨ ਰਜਿਸਟਰ ਹੋਈ ਹੈ ਤੇ ਇਹਦੇ ਤੇ ਇਸ ਐਕਟ ਦੇ ਰੂਲਸ ਲਾਗੂ ਹੁੰਦੇ ਆ। ਐਂਡ ਇਹਨੂੰ ਮੈਂ ਬੜੀ ਡਿਟੇਲ ਨਹੀਂ ਦੇ ਸਕਦਾ, ਪਰ ਬੇਸਿਕਲੀ ਇਸ ਦੇ ਤਹਿਤ ਅਸੀਂ ਜੋ ਕੀਤਾ ਬਿਲਕੁਲ ਸਹੀ ਕੀਤਾ ਤੇ ਬੀਜੇਪੀ ਨੂੰ ਹੁਣ ਕਨਫਰੰਟੇਸ਼ਨ ਨਹੀਂ ਪੈਣਾ ਚਾਹੀਦਾ। ਚਲੋ ਮੈਂ ਇੱਕ ਛੋਟਾ ਜਿਹਾ ਵਕਫਾ ਲਊਂਗਾ, ਵਕਫੇ ਤੋਂ ਵਾਪਸ ਆਵਾਂ ਕਿ ਪੰਜਾਬ 'ਚ ਕਿਸ ਦਾ ਹੁਕਮ ਚੱਲੇਗਾ। ਮੂਲ ਸਵਾਲ ਇਹ ਹੈ, ਜੇ ਤਕਰਾਰ ਵੱਧਦੀ ਪਈ ਹੈ ਉਹਦੇ ਨਾਲ ਪੰਜਾਬ ਅੱਗੇ ਚੈਲੰਜ ਕੀ ਹੈ, ਖਾਲਿਦ ਸਾਹਿਬ ਨੇ ਉਹ ਚੈਲੰਜ ਦੱਸਦੇ ਹੈ, ਪਰ ਉਹਦਾ ਪੰਜਾਬ ਨੂੰ ਨੁਕਸਾਨ ਹੋਵੇਗਾ, ਇਹ ਵੀ ਸਵਾਲ ਸਾਡੇ ਅੱਗੇ ਖੜਾ ਤੇ ਵਾਪਸ ਆ ਕੇ ਇਹ ਸਵਾਲ ਵੀ ਹੋਵੇਗਾ ਜ਼ਰੂਰ। ਸਵਾਗਤ ਇੱਕ ਵਾਰ ਫਿਰ। ਵੱਡਾ ਸਵਾਲ ਤੁਹਾਡੇ ਸਾਹਮਣੇ ਹੈ, ਰਾਜਪਾਲ ਤੇ ਆਪ ਸਰਕਾਰ 'ਚ ਵਾਧੇ ਟਕਰਾਅ ਵਿਚਾਲੇ ਪੰਜਾਬ ਅੱਗੇ ਚੁਣੌਤੀ ਕੀ ਹੈ। ਖੜਿਆਲ ਸਾਹਿਬ, ਅਕਾਲੀ ਦਲ ਨੇ ਤਾਂ ਆਪਣਾ ਸਟੈਂਡ ਦੱਸਤਾ, ਕਾਂਗਰਸ ਆਪਣਾ ਸਟੈਂਡ ਨਹੀਂ ਦੱਸ ਪਾ ਰਹੀ ਕਿ ਕਾਂਗਰਸ ਨੂੰ ਸਮਝ ਨਹੀਂ ਆ ਰਿਹਾ ਜਾਣਾ ਕਿੱਧਰ ਹੈ। ਕਾਂਗਰਸ ਦਾ ਸਟੈਂਡ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਜੇ ਟਵੀਟ ਪੜ੍ਹ ਕੇ ਦੇਖੋਗੇ, ਬਿਆਨ ਪੜ੍ਹ ਕੇ ਦੇਖੋਗੇ KP ਜੀ, ਸਟੈਂਡ ਤੁਹਾਨੂੰ ਪਤਾ ਲੱਗ ਜਾਊਗਾ। ਬਹੁਤ ਟਾਈਮ ਪਹਿਲਾਂ ਕਲੀਅਰ ਕਰਤਾ ਸੀਗਾ ਕੀ ਸਟੈਂਡ ਹੈ ਦੱਸੋ। ਉਹਨਾਂ ਨੇ ਕਿਹਾ ਓਨਸ ਆਮ ਆਦਮੀ ਪਾਰਟੀ ਤੇ ਹੈ। ਗਵਰਨਰ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜੀ ਟਕਰਾਰ ਹੈ ਉਹ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ, ਲੇਕਿਨ ਜਿਹੜਾ ਓਨਸ ਹੈ, ਜਿਹੜਾ ਬਰਡਨ ਹੈ ਜਿਹਦੇ ਕਰਕੇ ਸਭ ਕੁਝ ਹੋ ਰਿਹਾ ਉਹ ਆਮ ਆਦਮੀ ਪਾਰਟੀ ਹੈ। ਕਿਉਂ? ਪੈਟਰਨ ਦੇਖੋ। ਪਹਿਲਾ ਕੀ ਇਸ਼ੂ ਹੁੰਦਾ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਲੈ ਕੇ, ਉਹ ਤੋਂ ਪਹਿਲਾ ਇਸ਼ੂ ਹੁੰਦਾ ਹੈ ਪ੍ਰੋਟੋਕਾਲ ਨੂੰ ਲੈ ਕੇ, ਜਦੋਂ ਪ੍ਰੈਜ਼ੀਡੈਂਟ ਸਾਹਿਬ ਆਉਂਦੇ, CM ਸਾਹਿਬ ਹੁੰਦੇ ਨਹੀਂ। ਹਾਲਾਂਕਿ ਇਹ ਤੋਂ ਪਹਿਲਾਂ ਸਾਰੇ ਪ੍ਰੋਟੋਕਾਲ ਫੋਲੋ ਕਰਦੇ ਆ। ਉਹ ਤੋਂ ਬਾਅਦ ਵਿਧਾਨ ਸਭਾ ਸੈਸ਼ਨ ਦਾ ਪ੍ਰੋਟੋਕਾਲ ਜਿਹੜਾ ਹੁੰਦਾ ਹੈ ਇਹ ਵਿਦਆਊਟ ਕੋਈ ਪ੍ਰੋਵੀਜ਼ਨ ਹੋਏ, ਵਿਦਆਊਟ ਪ੍ਰਾਵਧਾਨ ਹੋਏ, ਖੜਿਆਲ ਸਾਹਿਬ ਪਰ ਪ੍ਰੋਬਲਮ ਹੋ ਜਾਂਦੀ ਹੈ। ਖੜਿਆਲ ਸਾਹਿਬ ਮੈਂ ਟਵੀਟ ਖੋਲਿਆ ਹੋਇਆ ਰਾਜਾ ਵੜਿੰਗਰ ਦਾ। ਮੇਰਾ ਸਵਾਲ ਹੈ ਖੜਿਆਲ ਸਾਹਿਬ, ਇੱਥੇ ਤੁਸੀਂ ਬਹੁਤ ਡਿਪਲੋਮੈਟਿਕ ਚੱਲਦੇ ਪਏ ਹੋ, ਇਸ ਪੂਰੇ ਮੁੱਦੇ ਤੁਸੀਂ ਸਟੈਂਡ ਥੋੜੀ ਸਪਸ਼ਟ ਕੀਤਾ। ਤੁਸੀਂ ਤਾਂ ਇਹ ਕਿਹਾ ਕਿ ਐਜ਼ ਗਵਰਨਰ, ਜਿਵੇਂ ਗਵਰਨਰ ਸਾਹਿਬ ਨੇ ਕਿਹਾ ਅਕੋਰਡਿੰਗ ਟੂ ਆਨਰ ਗਵਰਨਰ, ਤੁਸੀਂ ਇਹ ਕਹਿਤਾ, ਥੱਲੇ ਤੁਸੀਂ ਕਹਿਤਾ ਵੀ ਇਹ ਪੰਜਾਬ ਨੂੰ ਨੁਕਸਾਨ ਹੋਊਗਾ। ਉਹ ਸਾਰੀ ਦੁਨੀਆ ਨੂੰ ਪਤਾ ਸਰ ਨੁਕਸਾਨ ਹੋਊਗਾ ਪੰਜਾਬ ਨੂੰ ਜੇ ਤਕਰਾਰ ਹੁੰਦਾ। ਤੁਹਾਡਾ ਸਟੈਂਡ ਕੀ ਹੈ ਸਰ? ਕਾਂਗਰਸ ਪਾਰਟੀ ਦਾ ਸਟੈਂਡ ਨਹੀਂ ਇਹ ਟਵੀਟ ਆਹੀ ਸਟੈਂਡ ਹੈ ਜੀ, ਆਹੀ ਸਟੈਂਡ ਹੈ KP ਜੀ ਕਿ ਪੰਜਾਬ ਦਾ ਨੁਕਸਾਨ ਹੁੰਦਾ ਹੈ ਜਦੋਂ ਇਹ ਜੇ ਇਸ਼ੂਜ਼ ਪ੍ਰੋਮਿਨੈਂਟ ਬਣ ਜਾਂਦੇ ਹੈ ਤੇ ਅਸਲ ਇਸ਼ੂਜ਼ ਬੇਰੋਜ਼ਗਾਰੀ, ਕਿਸਾਨਾਂ ਦਾ ਇਸ਼ੂ, ਟੀਚਰਾਂ ਦਾ ਇਸ਼ੂ ਜੋ ਟੈਂਕੀ ਤੇ ਚੜੇ ਫਿਰਦੇ ਉਹ ਥੱਲੇ ਦਬ ਜਾਂਦੇ ਆ। ਪ੍ਰੋਬਲਮ ਕੀ ਹੈ? ਆਮ ਆਦਮੀ ਪਾਰਟੀ ਦੇ ਇਨਐਕਸਪੀਰੀਅੰਸ ਕਰਕੇ, ਇਨਕੰਪੀਟੈਂਸ ਕਰਕੇ ਇਹ ਜੇ ਇਸ਼ੂਜ਼ ਖੜੇ ਹੁੰਦੇ ਹਨ। ਤਾਂ ਮੈਂ ਇੱਕ ਸਵਾਲ ਕਰ ਲਾਂ ਮਿਸਟਰ ਖੜਿਆਲ, ਮੈਂ ਇੱਕ ਸਵਾਲ ਕਰ ਲਾਂ ਮਿਸਟਰ ਖੜਿਆਲ, ਮੈਂ ਇੱਕ ਸਵਾਲ ਕਰ ਲਾਂ ਦੇਖੋ KP ਜੀ, ਬੋਲੋ ਮੈਨੂੰ ਧੰਨਵਾਦ। ਦੇਖੋ ਸੋ ਚਾਰ ਚੀਜ਼ਾਂ ਮੈਂ ਤੁਹਾਨੂੰ ਦੱਸਿਆ, ਬਾਬਾ ਫਰੀਦ ਯੂਨੀਵਰਸਿਟੀ, ਪ੍ਰੋਟੋਕਾਲ ਨਾ ਫੋਲੋ ਕਰਨਾ, ਵਿਧਾਨ ਸਭਾ ਦਾ ਸੈਸ਼ਨ ਤੇ ਉਹ ਤੋਂ ਬਾਅਦ ਆਹ ਚੀਜ਼। ਇਹ ਕਿਉਂ ਹੁੰਦਾ? ਕਿਉਂਕਿ ਆਮ ਆਦਮੀ ਪਾਰਟੀ ਨੂੰ ਰੂਲਸ ਰੈਗੂਲੇਸ਼ਨ ਦਾ ਨਹੀਂ ਪਤਾ। ਇਹਨਾਂ ਨੂੰ ਪਤਾ ਨਹੀਂ ਹੈ ਵੀ UGC ਦੇ ਨੋਰਮਸ ਫੋਲੋ ਕਰਨੇ ਹੈ, ਚਾਂਸਲਰ ਦੀ ਪਰਮਿਸ਼ਨ ਲੈਣੀ ਹੈ, ਤੇ ਜੇ ਲੈ ਲੈਣਗੇ ਕੀ ਕਰ ਜੂਗਾ ਆਮ ਆਦਮੀ ਪਾਰਟੀ ਦਾ? ਪੰਜਾਬ ਵਧੀਆ ਚੱਲ ਪਊਗਾ, ਪੰਜਾਬ ਦਾ ਟਾਈਮ ਬਚ ਜੂਗਾ, ਰਿਸੋਰਸਿਸ ਚੰਗੀਆਂ ਥਾਂ ਲੱਗ ਜਾਣਗੀਆਂ, ਟਾਈਮ ਯੂਟਿਲਾਈਜ਼ ਹੋਰ ਚੀਜ਼ਾਂ ਲਈ ਹੋ ਜਾਊਗਾ, ਡਿਵੈਲਪਮੈਂਟ ਲਈ ਹੋ ਜਾਊਗਾ, ਵੈਲਫੇਅਰ ਲਈ ਹੋ ਜਾਊਗਾ। ਲੇਕਿਨ ਇਹ ਸਾਰੇ ਦਾ ਖਾਮਿਆਜ਼ਾ ਕਿਹਨੂੰ ਭੁਗਤਣਾ ਪੈਂਦਾ ਹੈ? ਉਹ ਵਾਈਸ ਚਾਂਸਲਰਸ ਨੂੰ ਜਿਹੜੇ ਬਹੁਤ ਕੰਪੀਟੈਂਟ ਨੇ, ਬਹੁਤ ਕੈਪੇਬਲ ਨੇ, ਉਹਨਾਂ ਨੂੰ ਹਿਊਮਿਲੀਏਸ਼ਨ ਫੇਸ ਕਰਨੀ ਪੈਂਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਇਨਐਕਸਪੀਰੀਅੰਸ ਤੇ ਇਨਕੰਪੀਟੈਂਸ ਇਹ ਚੀਜ਼ਾਂ ਵੱਲ ਲੀਡ ਕਰਦਾ ਹੈ। ਤੇ ਲਾਸਟ ਚੀਜ਼ ਆਮ ਆਦਮੀ ਪਾਰਟੀ ਨੂੰ ਮੈਂ ਪੁੱਛਦਾ ਕਿ ਇਹਨੂੰ ਲੈ ਕੇ ਅੱਗੇ ਤੁਸੀਂ ਹੁਣ ਕੀ ਕਰਨ ਲੱਗੇ ਹੋ? ਕਿਉਂਕਿ ਪੰਜਾਬ ਦਾ ਬਹੁਤ ਟਾਈਮ ਵੇਸਟ ਹੋ ਗਿਆ, ਸਟੂਡੈਂਟ ਸਫਰ ਕਰ ਰਹੇ ਆ, ਪੂਰੀ ਯੂਨੀਵਰਸਿਟੀ ਸਫਰ ਕਰ ਰਹੀ ਹੈ। ਤੁਸੀਂ ਤਾਂ ਆਪਣੀ ਇਨਕੰਪੀਟੈਂਸ ਕਰਕੇ ਇਹ ਚੀਜ਼ ਲੀਡ ਕਰਦੇ, ਤਾਂ ਸੋਲੂਸ਼ਨ ਕੀ ਹੈ? ਕੋਰਟ ਜਾਓਗੇ, ਕੋਈ ਕੋਆਰਡੀਨੇਸ਼ਨ ਕਰੋਗੇ, ਕੀ ਇਹਦਾ ਹੱਲ ਹੈ? ਇਹ ਦੱਸਿਆ ਆਮ ਆਦਮੀ ਪਾਰਟੀ। ਠੀਕ ਹੈ। ਧਾਰਨੀ ਸਾਹਿਬ, ਅਕਾਲੀ ਦਲ ਨੇ ਜਿਹੜਾ ਹੁਣ ਸਟੈਂਡ ਲਿਆ, ਇਹ ਅਕਾਲੀ ਦਲ ਨੇ ਉਸ ਐਕਟ ਨੂੰ ਪੜ੍ਹ ਕੇ ਸਟੈਂਡ ਲਿਆ ਕਿ ਤੁਸੀਂ ਫੈਸਲਾ ਕਿਵੇਂ ਲੈ ਲਿਆ ਕਿ ਤੁਹਾਨੂੰ ਪਤਾ ਹੁਣ ਪੋਲੀਟੀਕਲ ਜ਼ਮੀਨ ਤੁਹਾਡੀ ਖਿਸਕਦੀ ਪਈ ਆ, ਹੁਣ ਕੁਛ ਨਾ ਕੁਛ ਤਾਂ ਕਰੀਏ? ਦੇਖੋ, ਇਹਦੇ 'ਚ ਪੋਲੀਟੀਕਲ ਜ਼ਮੀਨ ਖਿਸਕਣ ਵਾਲੀ ਕੋਈ ਗੱਲ ਨਹੀਂ ਹੈਗੀ। ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦਾ ਹੈਗਾ ਕਿ ਜਿੰਨੇ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਗੱਲ ਕੀਤੀ ਹੈਗੀ ਆ, ਉਹਦੇ 'ਚ ਥੋੜਾ ਜਿਹਾ ਟੱਚ ਜਿਹੜਾ ਹੈਗਾ ਗਰੇਵਾਲ ਸਾਹਿਬ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਇੱਕ ਬੜੀ ਗੱਲ ਕਲੀਅਰ ਕਰ ਦੇਵਾਂ ਲੋਕਾਂ ਦੇ ਲਈ ਕਿ ਇਹ ਜਿਹੜਾ ਐਕਟ ਹੈਗਾ ਨਾ, ਹਰਿਆਣਾ ਐਂਡ ਪੰਜਾਬ ਐਗਰੀਕਲਚਰ ਯੂਨੀਵਰਸਿਟੀਜ਼ ਐਕਟ 1970 ਇਹ ਬਣਿਆ ਹੈਗਾ, ਜਿਹੜਾ ਪਾਰਲੀਮੈਂਟ ਨੇ ਪਾਸ ਕੀਤਾ ਹੈ। ਔਰ ਪਾਰਲੀਮੈਂਟ ਦਾ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਹੈਗੇ ਇਹਦੇ ਤੇ ਅਪਲਾਈ ਕਰਦੇ ਹੈਗੇ ਆ।
ਹੁਣ ਜਿੱਥੋਂ ਤੱਕ ਅੱਜ ਦੀ ਗਵਰਨਰ ਸਾਹਿਬ ਦੀ ਚਿੱਠੀ ਦੀ ਗੱਲ ਹੈਗੀ ਆ, ਮੈਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਇਸ ਦੇ ਵਿੱਚ ਇਹ ਜਿਹੜੀ ਹਰਿਆਣੇ ਦੀਆਂ ਐਗਰੀਕਲਚਰ ਯੂਨੀਵਰਸਿਟੀਆਂ ਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਹੈਗੀਆਂ, ਇਹਨਾਂ ਦੇ ਵਿੱਚ ਇੱਕ ਬੋਰਡ ਜਿਹੜਾ ਹੈਗਾ ਕਨਸਟੀਟਿਊਟ ਹੁੰਦਾ ਹੈਗਾ। ਉਹ ਬੋਰਡ ਜਿਹੜਾ ਹੈਗਾ, ਉਹ ਬੋਰਡ ਦੇ ਵਿੱਚ ਜਿਹੜਾ ਹੈਗਾ ਵਾਈਸ ਚਾਂਸਲਰ, ਚੀਫ ਸੈਕਟਰੀ, ਸੈਕਟਰੀਜ਼ ਆਫ ਦਾ ਐਗਰੀਕਲਚਰ, ਫਾਈਨਾਂਸ ਐਂਡ ਡਾਇਰੈਕਟਰ ਆਫ ਐਗਰੀਕਲਚਰ, 1 nominee from Indian Council of Agriculture Research, 2 nominees from Government of Union Territory and Himachal Pradesh, person ਕੁਛ ਇਹਦੇ ਵਿੱਚ ਜਿਹੜੇ ਹੁੰਦੇ ਆ ਜਿਹੜੇ ਐਗਰੀਕਲਚਰ ਬੈਕਗ੍ਰਾਉਂਡ ਦੇ ਹੁੰਦੇ ਆ। ਇੱਕ ਸੈਕੰਡ ਜੀ, ਕੁਛ ਸਾਇੰਟਿਸਟ, ਐਗਰੀਕਲਚਰ ਸਾਇੰਟਿਸਟ ਇਹਦੇ ਵਿੱਚ ਹੁੰਦੇ ਹੈਗੇ ਆ। ਜੇ ਇਹ ਸਾਰੇ ਦੇ ਸਾਰਿਆਂ ਦਾ ਜਾਂ ਵਿੱਚੋਂ ਅੱਧਿਆਂ ਦਾ ਜਾਂ ਬਹੁਤ ਸੰਮਤੀ ਦੇ ਵਿੱਚ ਡਿਸੈਂਡਿੰਗ ਨੋਟ ਆ ਜਾਂਦਾ ਹੈਗਾ, ਤਾਂ ਜਿਹੜਾ ਹੈਗਾ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਦੇ ਉੱਤੇ ਜਿਹੜਾ ਹੈਗਾ ਗਵਰਨਰ ਨੂੰ ਵਿੱਚ ਐਂਟਰ ਹੋਣ ਦਾ ਪਰਪਸ ਹੈਗਾ। ਹੁਣ ਇਸ ਕੇਸ ਦੇ ਵਿੱਚ ਕੀ ਹੈਗਾ ਕਿ ਇਹ ਅਪਾਇੰਟਮੈਂਟ ਜਿਹੜੀ ਹੈਗੀ ਆ 15 ਦਿਨ ਪਹਿਲਾਂ ਹੋ ਚੁੱਕੀ ਹੈ, ਔਰ ਇਸ ਦੇ ਵਿੱਚ ਇਹ ਵੀ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਐਜ਼ ਪਰ ਦਾ ਐਕਟ, ਜਿਹੜਾ ਪੇਜ 9 ਤੇ ਜਿਹੜਾ ਹੈਗਾ ਨਾ ਪੈਰਾ ਨੰਬਰ 11, ਉਹਦੇ ਵਿੱਚ ਬੜਾ ਕਲੀਅਰ ਕਰਿਆ ਵਾ ਹੈਗਾ ਕਿ ਵਾਈਸ ਜਿਹੜਾ ਚਾਂਸਲਰ ਹੈਗਾ ਹੀ ਇਜ਼ ਓਨਲੀ ਆਨਰੇਰੀ ਮਤਲਬ ਮੈਂਬਰ ਆਫ ਦਾ ਜਿਹੜਾ ਹੈਗਾ ਇਹ ਜਿਹੜੀ ਬੋਰਡ ਆਫ ਡਾਇਰੈਕਟਰਸ ਹੈਗਾ। ਸੋ ਉਸ ਨੂੰ ਕੋਈ ਐਸਾ ਰਾਈਟ ਨਹੀਂ ਹੈਗਾ ਕਿ ਉਹ ਕਿਸੇ ਨੂੰ ਹਟਾਉਣ ਦੀ ਗੱਲ ਕਰੇ, ਜਾਂ ਇਹਦੇ ਵਿੱਚ ਤਾਂ ਕਿਤੇ ਐਕਟ ਦੇ ਵਿੱਚ ਇਹ ਗੱਲ ਹੈ ਹੀ ਨਹੀਂ ਵੀ ਪਰਮਿਸ਼ਨ ਲੈਣੀ ਹੈ। ਨੰਬਰ 2, ਦੇਖੋ ਇਹ ਸਿੱਧਾ ਔਰ ਸਿੱਧਾ ਇਹ ਜਿਹੜਾ ਹੈਗਾ ਇਹ ਜਿਹੜਾ ਪੰਜਾਬ ਦਾ ਸਾਰੀਆਂ ਸਟੇਟਾਂ ਦਾ ਫੈਡਰਲ ਸਿਸਟਮ ਹੈ, ਉਸ ਦੇ ਵਿੱਚ ਕਿਤੇ ਨਾ ਕਿਤੇ ਇਹ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜੀ ਇਹਨਾਂ ਦੀ ਇੰਟਰਫੀਅਰੈਂਸ ਹੈਗੀ ਹੈ, ਬਹੁਤ ਬੁਰੀ ਹੈ। ਤਾਰਿਕ ਮੇਰੇ ਸਵਾਲ ਜਵਾਬ ਦਿਓ। ਤਾਰਿਕ ਸਾਹਿਬ, ਜਿਹੜਾ ਤੁਸੀਂ ਟਵੀਟ ਕੀਤਾ ਉਹ ਟਵੀਟ ਰਹੂਗਾ, ਸਟੈਂਡ ਕਰੋਗੇ ਜਾਂ ਟਵੀਟ ਡਿਲੀਟ ਤਾਂ ਨਹੀਂ ਹੋ ਜਾਊਗਾ? ਨਹੀਂ, ਦੇਖੋ ਟਵੀਟ ਤਾਂ ਤੁਹਾਡੇ ਸਾਹਮਣੇ ਹੀ ਹੈ, ਤੁਹਾਡੇ ਸਾਹਮਣੇ ਆਇਆ ਵਾ ਹੈਗਾ। ਹੁਣ ਜਿਹੜੀਆਂ ਤੁਸੀਂ ਅਗਲੀਆਂ ਗੱਲਾਂ ਫਿਊਚਰ ਦੀਆਂ ਕਰ ਰਹੇ ਹੈਗੇ ਆ, ਇਹਦੇ ਬਾਰੇ ਮੈਂ ਕੀ ਕਹਿ ਸਕਦਾ, ਪਰ ਇਹ ਮੈਂ ਇਹ ਦੱਸਣਾ ਚਾਹੁੰਦਾ ਸਟੈਂਡ ਇਹੀ ਰਹੂਗਾ। ਬਿਲਕੁਲ ਹੈ ਜੀ। ਦੇਖੋ ਫੈਡਰਲ ਸਿਸਟਮ ਤੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਇਹੀ ਰਿਹਾ, ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਉਹੀ ਰਹੂਗਾ। ਔਰ ਦੂਜੀ ਗੱਲ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਸਾਰੀਆਂ ਯੂਨੀਵਰਸਿਟੀਆਂ, ਜਿਵੇਂ ਆਪਣੇ ਪ੍ਰੋਫੈਸਰ ਖਾਲਿਦ ਕਹਿ ਰਹੇ ਸੀ, ਸਾਰੇ ਯੂਨੀਵਰਸਿਟੀਆਂ ਦੇ ਰੂਲਸ ਐਂਡ ਰੈਗੂਲੇਸ਼ਨ ਐਂਡ ਜਿਹੜਾ ਲਾਅ ਹੈਗਾ, ਐਕਟ ਹੈਗਾ, ਉਹ ਡਿਫਰੈਂਟ ਹੈਗਾ। ਐਗਰੀਕਲਚਰ ਯੂਨੀਵਰਸਿਟੀ ਦਾ ਸਿਰਫ ਔਰ ਸਿਰਫ ਹਰਿਆਣੇ ਦਾ ਔਰ ਪੰਜਾਬ ਦਾ ਐਕਟ ਜਿਹੜਾ ਇਕੱਠਾ ਬਣਿਆ ਹੋਇਆ ਹੈਗਾ, ਔਰ ਉਹਦੇ ਮੁਤਾਬਕ ਹੀ ਹੋਣਾ। ਇਹਦੇ ਚ ਗਵਰਨਰ ਸਾਹਿਬ ਬਿਲਕੁਲ ਗਲਤ ਹੈਗੇ। ਠੀਕ ਹੈ ਖਾਲਿਦ ਸਾਹਿਬ, ਅਕਾਲੀ ਦਲ ਨੇ ਜਿਹੜਾ ਸਟੈਂਡ ਲੈ ਲਿਆ ਸਰ, ਉਹ ਸਟੈਂਡ ਤੇ ਰਹੂਗਾ ਜਾਂ ਟਵੀਟ ਡਿਲੀਟ ਹੋ ਜਾਊਗਾ? ਖਾਲਿਦ ਸਾਹਿਬ, ਦੇਖੋ ਐਜ਼ ਏ ਰੀਜਨਲ ਪਾਰਟੀ ਇਹ ਟਵੀਟ ਰਹਿਣਾ ਚਾਹੀਦਾ ਔਰ ਇਹਦੇ ਪਰ ਸਟੈਂਡ ਲੈਣਾ ਚਾਹੀਦਾ। ਮੈਂ ਧਾਰਨੀ ਸਾਹਿਬ ਦੀ ਗੱਲ ਨੂੰ ਥੋੜੀ ਜਿਹੀ ਅੱਗੇ ਵਧਾਉਣਾ ਚਾਹੁੰਦਾ। ਕੇਪੀ ਜੀ, ਦੇਖੋ ਇਹਦੇ ਵਿੱਚ ਗ੍ਰੇ ਏਰੀਆਜ਼ ਕਾਫੀ ਹੈ। ਮੈਂ ਤੁਹਾਨੂੰ ਦੱਸਦਾ ਕਿ ਹਰ ਇੱਕ ਅਲੱਗ-ਅਲੱਗ ਸਟੇਟਾਂ ਦੇ ਵਿੱਚ ਗਵਰਨਰ ਤੇ ਯੂਨੀਵਰਸਿਟੀਆਂ ਦੀ ਚਾਂਸਲਰਸ਼ਿਪ ਨੂੰ ਲੈ ਕੇ ਅਲੱਗ-ਅਲੱਗ ਪ੍ਰੋਵੀਜ਼ਨਸ ਹੈਗੀਆਂ। ਆਪਣੇ ਬਿਹਾਰ ਦੇ ਵਿੱਚ, ਝਾਰਖੰਡ ਦੇ ਵਿੱਚ, ਗੁਜਰਾਤ ਦੇ ਵਿੱਚ ਵਾਈਸ ਚਾਂਸਲਰ ਯਾਨੀ ਕਿ ਗਵਰਨਰ ਕੋਲ ਪਾਵਰ ਹੈ ਯੂਨੀਵਰਸਿਟੀਆਂ ਨੂੰ ਇੰਸਪੈਕਸ਼ਨ ਕਰਨ ਦੀ ਵੀ। ਤੇਲੰਗਾਨਾ ਦੇ ਵਿੱਚ ਜਿਹੜੀ ਹੈਗੀ ਹੈ ਸਟੇਟ ਗਵਰਨਮੈਂਟ ਚਾਂਸਲਰ ਅਪਾਇੰਟ ਕਰਦੀ ਹੈ। ਕੇਰਲਾ ਦੇ ਵਿੱਚ ਜਿਹੜਾ ਵੀਸੀ ਦੀ ਅਪਾਇੰਟਮੈਂਟ ਹੁੰਦੀ ਹੈ ਵਿਦ ਦਾ ਐਡਵਾਈਸ ਆਫ ਦਾ ਕਾਉਂਸਲ ਆਫ ਮਿਨਿਸਟਰਸ ਹੁੰਦੀ ਹੈ। ਔਰ ਇਸੇ ਤਰੀਕੇ ਦੇ ਨਾਲ ਰਾਜਸਥਾਨ ਦੇ ਵਿੱਚ। ਤਾਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਮੈਂ ਸਾਰੇ ਸਟੇਟਾਂ ਦੱਸ ਸਕਦਾ, ਅਲੱਗ-ਅਲੱਗ ਸਟੇਟਾਂ 'ਚ ਅਲੱਗ-ਅਲੱਗ ਪ੍ਰੋਵੀਜ਼ਨ ਹੈ। ਲੇਕਿਨ ਦੋ ਗੱਲਾਂ ਮੈਂ ਹੋਰ ਕਰਨਾ ਚਾਹੁੰਦਾ। 1997 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜੀਆਂ ਇਹ ਹੈਲਡ ਕੀਤਾ ਕਿ ਗਵਰਨਰ ਬਾਉਂਡ ਨਹੀਂ ਹੈ ਏਡ ਐਂਡ ਐਡਵਾਈਸ ਟੂ ਦ ਕਾਉਂਸਲ ਆਫ ਮਿਨਿਸਟਰਸ ਇਨ ਦਿਸ ਇਸ਼ੂ, ਇਸ ਇਸ਼ੂ ਦੇ ਉੱਪਰ। ਔਰ ਜਿਹੜਾ ਸਰਕਾਰੀਆ ਕਮਿਸ਼ਨ ਨੇ ਵੀ ਇਹ ਗੱਲ ਕੀਤੀ ਔਰ ਪੰਚੀ ਕਮਿਸ਼ਨ ਨੇ ਵੀ, ਜਸਟਿਸ ਪੁੰਚੀ ਕਮਿਸ਼ਨ ਨੇ ਵੀ ਇਹ ਗੱਲਾਂ ਕੀਤੀਆਂ ਇਹਨਾਂ ਦੇ ਬਾਰੇ। ਇੱਕ ਤਾਂ ਹੈਗੇ, ਮੈਂ ਪਹਿਲਾਂ ਵੀ ਕਿਹਾ, ਇੱਕ ਤਾਂ ਹੈਗੇ ਕਨਸਟੀਟਿਊਸ਼ਨਲ ਪਾਵਰਸ। ਕਨਸਟੀਟਿਊਸ਼ਨਲ ਪਾਵਰ ਦੇ ਵਿੱਚ ਗਵਰਨਰ ਬੰਨਿਆ ਹੋਇਆ ਸਟੇਟ ਦੀ ਕਾਉਂਸਲ ਆਫ ਮਿਨਿਸਟਰ ਦੀ ਏਡ ਐਂਡ ਐਡਵਾਈਸ ਨਾਲ। ਸਟੈਚੂਟਰੀ ਪਾਵਰਸ ਦੇ ਵਿੱਚ ਜਿਹੜੇ ਸਟੈਚਿਊਟ ਫੋਲੋ ਹੋ ਰਹੇ ਆ ਉਹਦੇ ਵਿੱਚ ਜੋ ਗਵਰਨਰ ਕਹਿੰਦਾ ਉਹ ਜੋ ਸਟੈਚੂ ਕਹਿੰਦਾ ਉਹਦੇ ਮੁਤਾਬਕ ਗਵਰਨਰ ਕਰੂਗਾ। ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਕਿ ਗਵਰਨਰ ਕੇਵਲ ਵੀਸੀ ਅਪਾਇੰਟ ਹੀ ਨਹੀਂ ਕਰਦਾ, ਗਵਰਨਰ ਸਰਚ ਕਮੇਟੀ ਵੀ ਅਪਾਇੰਟ ਕਰਦਾ ਜਿਹੜੀ ਕਿ ਵੀਸੀ ਦੀ ਪੈਨਲ ਭੇਜਦੇ ਆ। ਗਵਰਨਰ ਸੈਨੇਟ ਸਿੰਡੀਕੇਟ ਦੇ ਮੈਂਬਰ ਵੀ ਅਪਾਇੰਟ ਕਰਦਾ ਹੈ, ਬੋਰਡ ਆਫ ਗਵਰਨਰ ਦੇ ਮੈਂਬਰ ਵੀ ਅਪਾਇੰਟ ਕਰਦਾ ਹੈ ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਵਿੱਚ। ਲੇਕਿਨ ਇਹ ਸੋਚਿਆ ਜਾਂਦਾ ਹੈ ਕਿ ਸਾਰਾ ਕੁਝ ਗਵਰਨਰ
ਕੌਂਸਲ ਆਫ ਮਿਨਿਸਟਰ ਦੀ ਐਡਵਾਈਸ ਤੇ ਕਰੇਗਾ, ਕਿਉਂਕਿ ਫੈਡਰਲ ਸਟਰਕਚਰ ਹੈ ਔਰ ਇੱਕ ਚੁਣੀ ਹੋਈ ਸਰਕਾਰ ਹੈ। ਚੁਣੀ ਹੀ ਸਰਕਾਰ ਦਾ ਦਾਇਤਵ ਲੋਕਾਂ ਦੇ ਪ੍ਰਤੀ ਔਰ ਸਟੇਟ ਦੇ ਇੰਸਟੀਟਿਊਸ਼ਨ ਦੇ ਪ੍ਰਤੀ ਜ਼ਿਆਦਾ ਹੈ। ਇਸ ਕਰਕੇ ਇਹ ਅੰਡਰਸਟੂਡ ਹੈ ਕਿ ਗਵਰਨਰ ਉਹਦੇ ਮੁਤਾਬਕ ਕੰਮ ਕਰੇਗਾ ਜਦ ਤੱਕ ਕਿ ਕੋਈ ਪੋਲੀਟੀਕਲ ਮੋਟਿਵ ਜਿਹੜਾ ਹੈਗਾ ਇਨਵੋਲਵ ਨਾ ਹੋਗੇ। ਕਈ ਜਗ੍ਹਾ ਦੇ ਉੱਪਰ ਆ ਜਿਹੜੀਆਂ ਕਨਫਰੰਟੇਸ਼ਨ ਮੈਂ ਤੁਹਾਨੂੰ ਦੱਸੀਆਂ ਨੇ ਪਹਿਲਾਂ, ਇਹ ਕਨਫਰੰਟੇਸ਼ਨ ਕੇਵਲ ਤੇ ਕੇਵਲ ਆਪੋਜੀਸ਼ਨ ਜਿੱਥੇ ਰੂਲ ਕਰ ਰਹੀ ਹੈ ਉੱਥੇ ਹੀ ਕਿਉਂ ਆਣ? ਇਹ ਇੱਕ ਕੁਐਸਚਨ ਹੈ ਜਿਹੜਾ ਕਿ ਆਪਾਂ ਨੂੰ ਜ਼ਰੂਰ ਐਕਸਪਲੋਰ ਕਰਨਾ ਚਾਹੀਦਾ। ਬੜਾ ਵੱਡਾ ਸਵਾਲ ਹੈ ਖਾਲਿਦ ਸਾਹਿਬ। ਮੈਂ ਇੱਕ ਹੋਰ ਥੋੜਾ ਵਕਫਾ ਲਵਾਂਗਾ, ਵਕਤ ਤੋਂ ਫਿਰ ਵਾਪਸ ਆਵਾਂ ਕਿ ਬਹੁਤ ਸਾਰੇ ਸਵਾਲ ਹੈ ਤੇ ਇਹਨਾਂ ਸਵਾਲਾਂ ਦੇ ਵਿਚਾਲੇ ਸਵਾਲ ਇਹ ਹੈਗਾ ਕਿ ਕਾਨੂੰਨ ਕੀ ਕਹਿੰਦਾ ਤੇ ਸਰਕਾਰ ਕੀ ਕਹਿੰਦੀ ਹੈ ਤੇ ਗਵਰਨਰ ਸਾਹਿਬ ਕੀ ਕਹਿੰਦੇ ਆ ਤੇ ਪੰਜਾਬ ਕੀ ਕਹਿੰਦਾ, ਕੀ ਮੰਗਦਾ ਤੇ ਪੰਜਾਬ ਦੇ ਵਿੱਚ ਕਿਹੜੇ ਏਜੰਡੇ ਦੀ, ਕਿਹੜੇ ਮੁੱਦੇ ਦੀ ਲੋੜ ਹੈਗੀ। ਸਵਾਲ ਹੈ ਵਾਪਸ ਆ ਰਿਹਾ। एक और फिर थोड़ा स्वागत करते हैं। तो बड़ा सवाल थोड़े सामने है, राज्यपाल ते आप सरकार च वाधे टकराव चाले पंजाब अगे चुनौती की है। अहबाब गरेवाल, डॉक्टर गोसल के मामले च तुहाडे मंत्री साहब कहते हैं कि साडा स्टैंड बड़ा साफ है, जे स्टैंड साफ है तो तुहाडा नैक्सट कोर्स ऑफ एक्शन की है? मिस्टर गरेवाल सर, सब तो पहले तो मैं धन्यवाद करूंगा धार्मी साहब का, इन्होंने बहुत क्लैरिटी नाल इशू सामने रखता है, बड़ा क्लीयर स्टैंड लिया एंड साडा ये पोजीशन है कि जो रूल्स कहते हैं रूल्स फॉलो किए जाएंगे तो रूल्स मनाए जाए। पहली गल, पीएयू एक अलग अदारा है, उस एम्बिट दे विच नहीं आंदा ते इहनूं उस तो बाहर रखना चाहिए। बाबा फरीद यूनिवर्सिटी की गल हुई सी, असीं चुप कर गए, कोई गल नहीं, पर दिस इज अ सैपरेट केस। पहली गल साडा ये कहने का मतलब है सर कि देखो साडा इनएक्सपीरियंस ला लो, साडा जो मर्जी कुछ ला लो, जिवें अपनी पहला सरकार सी जिहड़ी 4.5 साल तक कैप्टन साहब की बड़ी सोहनी जुगलबंदी सी ते जदों चन्नी साहब आए उदों तां मोदी साहब नूं फ्लाईओवर ते ही रोकता। नहीं, गरेवाल साहब सवाल ये है डॉक्टर गोसल के मामले विच जे हुण राज्यपाल ने स्टैंड ले लिया, सरकार करूगी कि सर? कोर्ट जाओगे, की करोगे सर? मंजूरी तो उत्थों मिलनी है ना कि नहीं मिलनी उत्थों? मेरी गल केपी जी, देखो हले हिंदुस्तान दे विच जुडिशरी जिहड़ी है वो थैंकफुली इंडिपेंडेंट है ते वो संविधान दे संवैधानिक हक्कां दी सुरक्षा करदी है। साडे लई ये मुद्दा एक बीसी दा नहीं है। साडे लई मुद्दा ये है कि एक देश दे विच फैडरल ढांचा है, उस फैडरल ढांचे नूं जिहड़ी भी सरकार सेंटर च मेजोरिटी च हुंदी है, चाहे वो पहला कांग्रेस सरकार रही है जिन्होंने अपनी विमेन फैंसी ते स्टेट गवर्नमेंट डिसमिस कीतियां, ते चाहे हुण बीजेपी सरकार होवे जेडी के हुण डिसमिस नहीं कर पाती पर हर थां ते कॉन्फ्रंटेशन ते जांदी है। तुसी कोई भी ओपोजिशन रूल स्टेट ला लो जिथे कॉन्फ्रंटेशन हुंदी है। गरेवाल साहब हाले दसो, राज्यपाल साहब कोल वफद लेके जाओगे भी भाई आपां बैठ जाइए, गलबात कर लईए, छड्डो अपना जिहड़ा कुछ होना सी हो गया, जां तुसी भी गुजरात तक इस मुद्दे नूं हाइप देना चाहुंदे हो? चलो वधिया रोला पैंदा रहे, प्रैक्टिस हुंदी रहे इत्थों बस। गरेवाल साहब केपी जी, मैं एक गल कहनी चाहूंगा, प्लीज मैं पहला भी रिपीट किया, मैं एक गल कहनी चाहूंगा, देखो एक पोलिटिकल पार्टी जिहड़ी नैशनल लेवल ते चोणां लड़ रही है वो हमेशा किते ना किते चोणां लड़दी रहेगी। ਇਹਦਾ मतलब ये नहीं है कि जिहड़ी स्टेट चो राज कर रही है वो चोणां नाल ਉਹਨੂੰ लिंक करेगी। गवर्नर साहब जे गलबात करके, क्योंकि गवर्नर साहब का हर एक एक्शन आफ्टर थॉट हुंदा है, पहला वो असेंबली सैशन नूं मंजूरी दे दिंदे आ, मुड़ के वो वापस ले लेंदे आ। हुण ये सुत्ते रहिंदे इन्ना चिर एकदम याद आंदा कि आ भी कन्फ्रंटेशन खड़ी कर लईए, असीं बेनती जरूर करांगे, पर नहीं तां जो भी साडे कोल लीगल रिपोर्ट्स आ असीं फॉलो करांगे, पर पंजाब दे लोगां दी मर्जी ਚੱਲੂਗੀ। एंड एक गल इत्थे लड़ाई की है केपी जी, इत्थे ये लड़ाई है कि जिहड़े बच्चे है, जिहड़े पंजाब दा फ्यूचर है, उन्हां नूं किस तरह की शिक्षा मिलूगी? ਉਹ ਸਿੱਖਿਆ ਮਿਲੂਗੀ ਜਿਹੜੀ ਦੇਸ਼ ਨੂੰ ਡਿਵਾਈਡ ਕਰਨ ਨਾਲ ਜਾਂਦੀ ਹੈ ਕਿ ਇੱਕ ਆਲ ਇਨਕੰਪਸਿੰਗ ਸਿੱਖਿਆ ਮਿਲੂਗੀ ਜਿਹੜੀ ਦੇਸ਼ ਨੂੰ ਜੋੜਨ ਜਾਂਦੀ ਹੈ? ਸਾਡਾ ਤਾਂ ਇਹ ਲੜਾਈ ਅਸੀਂ ਨਹੀਂ ਹੋਣ ਦੇਵਾਂਗੇ। ਠੀਕ ਹੈ, ਧਾਨੇ ਸਾਹਿਬ ਛੋਟਾ ਜਿਹਾ ਪਲੀਜ਼। ਮੈਂ ਇੱਕੋ ਗੱਲ ਦੱਸਣੀ ਚਾਹੁੰਦਾ ਜੀ ਕਿ ਜਿਹੜੇ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਮਾਮਲਾ ਹੈਗਾ ਨਾ, ਇਹਨੂੰ ਜਾਣ ਬੁੱਝ ਕੇ ਉਲਝਾਇਆ ਗਿਆ ਹੈਗਾ, ਚਾਹੇ ਉਹ ਕਾਂਗਰਸ ਦੀ ਸਰਕਾਰ ਹੈ। ਦੇਖੋ ਇਹ ਚੰਨੀ ਸਾਹਿਬ ਦੇ ਵੇਲੇ ਦੀ ਇਹ ਜਿਹੜੀ ਪੋਸਟ ਖਾਲੀ ਪਈ ਹੈਗੀ ਆ ਔਰ ਉਹਨਾਂ ਦਾ ਨਾਂ ਉਦੋਂ ਦਾ ਅਨਾਉਂਸ ਹੋਇਆ ਵਾ ਹੈਗਾ। ਇਹਨਾਂ ਨੇ ਜਾਣ ਕੇ ਜਿਹੜਾ ਹੈਗਾ, ਹਾਲਾਂਕਿ ਦੇਖੋ ਇਹਦੇ ਚ ਗਵਰਨਰ ਦੀ ਮਨਜ਼ੂਰੀ ਜਾਂ ਗਵਰਨਰ ਦੀ ਕਿਸੇ ਤਰ੍ਹਾਂ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਇਹਦੇ ਚ ਐਕਟ ਇਹ ਕਹਿੰਦਾ ਹੈਗਾ ਕਿ ਬੋਰਡ ਆਫ ਜਿਹੜਾ ਹੈਗਾ ਨਾ ਇਹਦਾ ਐਗਰੀਕਲਚਰ ਯੂਨੀਵਰਸਿਟੀ ਦਾ, ਉਹਦਾ ਮੈਂ ਤੁਹਾਨੂੰ ਮੈਂਬਰ ਦੱਸਿਆ ਤਕਰੀਬਨ 12 ਮੈਂਬਰ ਹੈਗੇ ਜੀ। ਇੱਕ ਵੂਮਨ ਵੀ ਧਾਨੇ ਸਾਹਿਬ ਫਿਰ ਆਮ ਆਦਮੀ ਪਾਰਟੀ ਸਰਕਾਰ ਨੂੰ ਕਾਊਂਟਰ ਕਰਨ ਦੀ ਜ਼ਰੂਰਤ ਕੀ ਹੈ? ਜੇ ਚਿੱਠੀ ਆ ਗਈ, ਇੱਕ ਮਿੰਟ ਤੁਸੀਂ ਕਹਿ ਰਹੇ ਹੋ ਨਾ ਐਕਟ ਦੇ ਮੁਤਾਬਕ ਗਵਰਨਰ ਸਾਹਿਬ ਤੋਂ ਮਨਜ਼ੂਰੀ ਲੈਣ ਦੀ ਜ਼ਰੂਰਤ ਨਹੀਂ ਹੈ, ਫਿਰ ਬੈਠੇ ਰਹਿੰਦੇ ਚੁੱਪ ਕਰਕੇ? ਇਹ ਮੈਂ ਉਹੀ ਗੱਲ ਕਰਦਾ ਨਾ ਹੈਗਾ। ਦੇਖੋ ਇਹ ਤਾਂ ਇੱਕ ਟਿੰਡ ਚ ਕਾਨਾ ਪਾਉਣ ਵਾਲੀ ਗੱਲ ਹੈਗੀ ਹੈ ਗਵਰਨਰ ਸਾਹਿਬ ਵੱਲੋਂ, ਚਾਹੇ ਉਹ ਬਾਬਾ ਫਰੀਦ ਯੂਨੀਵਰਸਿਟੀ ਦੀ ਗੱਲ ਕਰ ਲਈਏ, ਚਾਹੇ ਹੁਣ ਆਪਾਂ ਉਹਦੀ ਗੱਲ ਕਰ ਲਈਏ। ਉਦੋਂ ਸਟੈਂਡ ਲਿਆ ਸੀ ਇਹ
ਬਾਫਰੀ ਯੂਨੀਵਰਸਿਟੀ ਬਿਲਕੁਲ ਮੈਂ ਹਾਂ ਬਿਲਕੁਲ ਬਾਬਾ ਤੁਹਾਡੀ ਪਾਰਟੀ ਨੇ ਸਟੈਂਡ ਲਿਆ ਸੀਗਾ ਹਾਂ ਜੀ, ਕਿ ਹਾਂ। ਤਿੰਨ ਜਣਾਂ ਦਾ ਪੈਨਲ ਉਹਦੇ ਮੰਗਿਆ ਦੇਖੋ ਉਹਨਾਂ ਮੈਂ ਨੇ। ਦੱਸਦਾ ਉਹ ਚ ਡਿਫਰੈਂਟ ਕੰਡੀਸ਼ਨ ਸੀ। ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਨਾ ਕਿ ਇਹ ਐਕਟ ਹਰਿਆਣੇ ਔਰ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਦੋਵਾਂ ਨੂੰ ਪਾਰਲੀਮੈਂਟ ਦੇ ਮੁਤਾਬਕ ਉਹ ਕਰਦਾ ਹੈਗਾ। ਉਸ ਦੇ ਮਾਮਲੇ ਦੇ ਵਿੱਚ ਐਕਟ ਜਿਹੜਾ ਹੈਗਾ ਡਿਫਰੈਂਟ ਹੈਗਾ। ਉਹਦੇ ਚ ਮਨਜ਼ੂਰੀ ਲੈਣੀ ਹੈ, ਉਹਦੇ ਚ ਬੋਰਡ ਭੇਜਣਾ, ਮੈਂਬਰਾਂ ਦਾ 3 ਦਾ ਉਹ ਭੇਜਣਾ ਹੈਗਾ। ਇਹਨਾਂ ਨੇ ਜਾਣਬੁੱਝ ਕੇ ਜਿਹੜਾ ਹੈਗਾ ਉਸ ਨੂੰ ਇਹ ਦੇਖੋ ਇੱਕ ਸਰਕਾਰ ਦੀਆਂ ਸ਼ਰਾਰਤਾਂ ਔਰ ਸਿਆਸਤਾਂ ਜਿਨ੍ਹਾਂ ਕਰਕੇ ਇਹ ਸਾਰਾ ਕੁਝ ਕਰਿਆ ਜਾਂਦਾ ਹੈਗਾ। ਮੈਂ ਤੁਹਾਨੂੰ ਇੱਕ ਵਾਕਿਆ ਦੱਸਦਾ ਹੈਗਾ ਜੀ। ਕਿਹੜੀ ਸਰਕਾਰ ਦੀ ਸ਼ਰਾਰਤ ਹੈ? ਮੈਂ ਦੱਸਦਾ ਜੀ। ਕਿਹੜੀ ਸਰਕਾਰ ਦੀ ਸ਼ਰਾਰਤ? ਮੇਰੀ 1 ਮਿੰਟ ਸੁਣੋ। ਨਹੀਂ ਸੂਬਾ ਸਰਕਾਰ ਦੀ ਸ਼ਰਾਰਤ ਹੈ, ਕੇਂਦਰ ਸਰਕਾਰ ਦੀ ਸ਼ਰਾਰਤ ਹੈ? ਬਿਲਕੁਲ ਸਾਰੀਆਂ ਰਲੀਆਂ ਮਿਲੀਆਂ ਜੀ, ਰਲੀਆਂ ਮਿਲੀਆਂ ਬਿਲਕੁਲ। ਮੈਂ ਤੁਹਾਨੂੰ ਦੱਸਦਾ ਜਦੋਂ ਪ੍ਰਤਾਪ ਸਿੰਘ ਕੈਰੋਂ ਸੀ ਨਾ, ਉਹਨਾਂ ਨੇ MS ਰੰਧਾਵਾ ਨੂੰ ਐਗਰੀਕਲਚਰ ਯੂਨੀਵਰਸਿਟੀ ਦਾ ਜਿਹੜਾ ਹੈਗਾ ਵਾਈਸ ਚਾਂਸਲਰ ਬਣਾਇਆ ਸੀ। ਔਰ ਜਦੋਂ ਵਾਈਸ ਚਾਂਸਲਰ ਉਹਨਾਂ ਨੂੰ ਅਪਾਇੰਟ ਕਰਨਾ ਸੀ ਤਾਂ ਸਰਦਾਰ ਰੰਧਾਵਾ ਨੇ ਇਹ ਗੱਲ ਕਹੀ ਕਿ ਯੂਨੀਵਰਸਿਟੀ ਲਈ ਮੈਨੂੰ ਆਹ ਫੰਡਸ ਦਵੋਗੇ, ਆਹ ਚੀਜ਼ਾਂ ਪ੍ਰੋਵਾਈਡ ਕਰੋਗੇ ਤਾਂ ਮੈਂ ਇਹਦਾ ਵਾਈਸ ਚਾਂਸਲਰ ਬਣਦੀ। ਅੱਜ ਤੁਸੀਂ ਇਹ ਦੇਖੋ ਕਿ ਐਗਰੀਕਲਚਰ ਯੂਨੀਵਰਸਿਟੀ ਦੇ ਹਾਲਾਤ ਕੀ ਹੈਗੇ ਆ। ਬਦ ਤੋਂ ਬਦਤਰ ਹਾਲਾਤ ਹੋਏ ਵੇ ਹੈਗੇ ਆ। ਫੰਡਸ ਕੋਈ ਜਿਹੜੇ ਹੈਗੇ ਪ੍ਰੋਵਾਈਡ ਨਹੀਂ, ਚਾਹੇ ਕਾਂਗਰਸ ਦੀ ਸਰਕਾਰ ਹੈਗੀ ਆ, ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ। ਪੰਜਾਬੀ ਯੂਨੀਵਰਸਿਟੀ ਦਾ ਕੀ ਹਾਲ ਹੈਗਾ। ਪੰਜਾਬ ਯੂਨੀਵਰਸਿਟੀ ਤੇ ਜਿਹੜਾ ਹੈਗਾ ਸੈਂਟਰ ਕਿਵੇਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨਾ ਅਲਟੀਮੇਟਲੀ ਫੈਡਰਲ ਸਿਸਟਮ ਨੂੰ ਢਾਹ ਹੈਗੀ ਆ। ਚਲੋ ਧਾਰਨੀ ਸਾਹਿਬ, ਚੰਗਾ ਤੁਹਾਨੂੰ ਚੇਤੇ ਆਇਆ ਫੈਡਰਲ ਸਟਰਕਚਰ। ਸੰਜੇ ਕਪੂਰ ਜੀ ਹੁਣ ਪੰਜਾਬ ਨੂੰ ਨੁਕਸਾਨ ਹੋਊਗਾ? ਸੰਜੇ ਕਪੂਰ ਜੀ, ਪੰਜਾਬ ਦੇ ਹਿੱਤ ਵਿੱਚ ਬੀਜੇਪੀ ਨੇ ਕੰਮ ਕਰਨਾ ਜਾਂ ਨਹੀਂ? ਸਰ ਗਰੇਵਾਲ ਸਾਹਿਬ ਸਵਾਲ ਕਰਦੇ ਪਏ ਤੁਹਾਨੂੰ। ਦੇਖੋ ਐਸਾ ਹੈਗਾ ਕਿ ਇਹ ਸਾਰੇ ਇਨਸੀਡੈਂਟ ਦੇ ਵਿੱਚ ਜੇ ਕੋਈ ਨੁਕਸਾਨ ਹੋ ਰਿਹਾ ਹੈ ਨਾ, ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਹੋ ਰਹੇ ਹੈ। ਔਰ ਸਰਕਾਰ ਇਸ ਗੱਲ ਨੂੰ ਬਿਲਕੁਲ ਧਿਆਨ ਨਹੀਂ ਦੇ ਪਾ ਰਹੀ ਕਿ ਉਹ ਸਟੂਡੈਂਟਸ ਦਾ ਜੋ ਨੁਕਸਾਨ ਹੋ ਰਿਹਾ ਹੈ, ਆਪਾਂ ਇਸ ਤਰ੍ਹਾਂ ਦੀ ਕੰਟਰੋਵਰਸੀਜ਼ ਦੇ ਵਿੱਚ ਜਾਣੇ ਕਿਉਂ ਪਏ ਆ। ਮੈਂ ਸਾਰੇ ਬੁਲਾਰਿਆਂ ਦੀ ਗੱਲ ਸੁਣੀ ਹੈ। ਜੇ ਗਵਰਨਰ ਸਾਹਿਬ ਉੱਥੇ ਚਾਂਸਲਰ ਨਹੀਂ ਗਈਆਂ, ਉਹਨਾਂ ਦੀ ਕੋਈ ਪਾਵਰ ਨਹੀਂ ਗਈ ਅਪਰੂਵਲ ਦੇਣ ਦੀ, ਤੇ ਫਿਰ ਸਰਕਾਰ ਨੇ ਗਵਰਨਰ ਸਾਹਿਬ ਨੂੰ ਫਾਈਲ ਭੇਜੀ ਹੋ ਕਿਉਂ? ਉਹਨਾਂ ਦੀ ਸਹਿਮਤੀ ਵਾਸਤੇ। ਫਿਰ ਤੇ ਉਹ ਫਾਈਲ ਭੇਜਣ ਦੀ ਜ਼ਰੂਰਤ ਹੀ ਨਹੀਂ ਸੀਗੀ ਜੇ ਇਹ ਗੱਲ ਹੈਗੀ ਹੈ। ਦੂਸਰੀ ਗੱਲ, ਜੇ ਉਹਨਾਂ ਦੀ ਇੱਕ ਸਹਿਮਤੀ ਦੇ ਨਾਲ ਇੱਕ ਅਪਾਇੰਟਮੈਂਟ ਕੀਤੀ ਜਾ ਸਕਦੀ ਸੀ ਤੇ ਆਪਾਂ ਇਸ ਤਰੀਕੇ ਦੀ ਕੰਟਰਾਡਿਕਸ਼ਨ ਦੇ ਵਿੱਚ ਜਾਣੇ ਕਿਉਂ ਪਏ ਆ? ਦੋਨੋਂ ਗੱਲਾਂ ਆਪਣੇ ਆਪ ਦੇ ਵਿੱਚ ਕੰਟਰਾਡਿਕਟਰੀ ਹੈ। ਇਹ ਦੋਨੋਂ ਗੱਲਾਂ ਦੇ ਵਿੱਚ ਅਲਟੀਮੇਟਲੀ ਨੁਕਸਾਨ ਤੇ ਹੋ ਰਿਹਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟਸ ਆ, ਜਿਹੜਾ ਕਿ ਰੋਜ਼ ਨਵੇਂ ਤਰ੍ਹਾਂ ਦਾ ਤਮਾਸ਼ਾ ਦੇਖਦੇ ਪਏ। ਸਰ ਮੈਂ ਸਿੱਧੇ ਸ਼ਬਦਾਂ ਵਿੱਚ ਕਹਾਂ ਸੰਜੇ ਕਪੂਰ ਜੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟ ਦਾ ਨੁਕਸਾਨ ਨਹੀਂ ਹੋ ਰਿਹਾ, ਉੱਥੇ ਜਿਹੜੀਆਂ ਖੋਜਾਂ ਹੋਣੀਆਂ ਉਹ ਸਭ ਪ੍ਰਭਾਵਿਤ ਹੋ ਰਿਹਾ। ਜਿਹੜੇ ਕਿਸਾਨ ਜਿਨ੍ਹਾਂ ਨੂੰ ਉਹ ਖੋਜਾਂ ਕਰਕੇ ਦੇਣੀਆਂ, ਕਿਸਾਨ ਪਹਿਲਾਂ ਹੀ ਪ੍ਰਭਾਵਿਤ ਹੈ ਇਸ ਦੇਸ਼ ਦੇ ਵਿੱਚ, ਉਹ ਕਿਸਾਨ ਦਾ ਕਿਤੇ ਜ਼ਿਕਰ ਨਹੀਂ ਹੈ। ਸਰ ਸੰਜੇ ਕਪੂਰ ਜੀ ਬਿਲਕੁਲ ਡੈਫੀਨੇਟਲੀ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਹਰ ਬੰਦੇ ਦਾ ਉੱਥੇ ਨੁਕਸਾਨ ਹੋ ਰਿਹਾ ਕਿਉਂਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਦਾਇਰਾ ਬੜਾ ਵੱਡਾ ਹੈਗਾ ਵਾ। ਮੈਂ ਇਹੋ ਗੱਲ ਬਾਰ-ਬਾਰ ਤੁਹਾਨੂੰ ਕਹਿਣਾ ਚਾਹ ਰਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਹੀ ਤਰੀਕੇ ਚੀਜ਼ਾਂ ਚੱਲਣ, ਔਰ ਜਿਹੜੀ ਕੰਟਰਾਡਿਕਸ਼ਨਸ ਨੂੰ ਅਵੋਇਡ ਕੀਤਾ ਜਾ ਸਕਦਾ ਹੈ ਉਹਨੂੰ ਅਵੋਇਡ ਕਰਕੇ ਪੰਜਾਬ ਦੀ ਜਨਤਾ ਦੇ, ਪੰਜਾਬ ਦੇ ਲੋਕਾਂ ਦੇ। ਸੰਜੇ ਕਪੂਰ ਜੀ, ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ ਰਾਜਪਾਲ ਮਾਫੀ ਮੰਗਣੀ ਚਾਹੀਦੀ ਰਾਜਪਾਲ ਨੂੰ ਮਾਫੀ। ਦੇਖੋ ਜੇ ਸਮਝਦੇ ਹੈ ਕਿ ਰਾਜਪਾਲ ਨੂੰ ਮਾਫੀ ਮੰਗਣੀ ਚਾਹੀਦੀ ਹੈ, ਇਹਨਾਂ ਨੂੰ ਆਪਣਾ ਮੁੱਦਾ ਉਠਾਉਣਾ ਚਾਹੀਦਾ ਹੈ। ਉਹਨੇ ਇੱਕ ਪਾਸੇ ਤੇ ਇਹ ਕਹਿੰਦੇ ਹੈਗੇ ਕਿ ਰਾਜਪਾਲ ਦੀ ਪਰਮਿਸ਼ਨ ਦੀ ਜ਼ਰੂਰਤ ਨਹੀਂ ਸੀ, ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਨਾ ਕਿ ਇਹਨਾਂ ਨੇ ਫਾਈਲ ਸਹਿਮਤੀ। ਇੱਕ ਮਿੰਟ ਲੈਣਾ ਜੀ ਮਿਸਟਰ ਖੜਿਆਲ, ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ ਗਵਰਨਰ ਮਾਫੀ ਮੰਗੇ ਜਾਂ ਕਹਿੰਦੇ ਚੋਣਾਂ ਲੜ ਕੇ ਦੇਖ ਲੈਣ। ਦੇਖੋ ਇਹ ਇਥੋਂ ਪਤਾ ਲੱਗ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਹਜੇ ਥੋੜਾ ਟਾਈਮ ਲੱਗੂ ਮੈਚੁਰ ਹੋਣ ਦੇ ਵਿੱਚ। ਜਦੋਂ ਇਹ ਜਿਹੀਆਂ ਗੱਲਾਂ ਕਰਦੇ ਆ, ਉਹ ਕਨਸਟੀਟਿਊਸ਼ਨਲ ਪੋਸਟ ਹੈ, ਜੇ ਇਹਨਾਂ ਨੂੰ ਲੱਗਦਾ ਹੈ ਕਿ ਇਹ ਠੀਕ ਨਹੀਂ ਤਾਂ ਇਹ ਚੈਲੰਜ ਕਰਨ ਸੁਪਰੀਮ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ। ਦੇਖਾਂਗੇ ਵੀ ਕੀ ਹੁੰਦਾ, ਕਿਉਂਕਿ ਆਮ ਆਦਮੀ ਪਾਰਟੀ ਦਾ ਹੁਣ ਤੱਕ ਦਾ ਟਰੈਕ ਰਿਕਾਰਡ ਬੜਾ ਪੂਰ ਰਿਹਾ ਲੀਗਲ ਰਿਕੋਰਸ ਦੇ ਵਿੱਚ। ਦੂਜੀ ਗੱਲ, ਸੁਪਰੀਮ ਕੋਰਟ ਕੀ ਕਹਿੰਦਾ ਹੈ? ਸੁਪਰੀਮ ਕੋਰਟ ਨੇ ਬੜਾ ਕਲੀਅਰਲੀ ਮੈਂਸ਼ਨ ਕੀਤਾ ਹੈ ਕਿ ਅਪਾਇੰਟਮੈਂਟ ਵੀਸੀ ਦੀ ਜਦੋਂ ਹੁੰਦੀ ਹੈ, ਜਿਸ ਆਪਣਾ ਸਟੇਟ ਲੈਜਿਸਲੇਸ਼ਨ ਦੇ ਅੰਡਰ ਹੋ ਰਹੀ ਹੈ, ਉਹ ਕੰਟਰਰੀ ਨਹੀਂ ਹੋ ਸਕਦੀ ਟੂ ਯੂਜੀਸੀ ਦੇ ਵਿੱਚ ਕੰਟਰਾਡਿਕਸ਼ਨ ਨਹੀਂ ਹੋ ਸਕਦੀ ਜੇ ਸਟੇਟ ਲੈਜਿਸਲੇਸ਼ਨ ਦੇ ਅੰਡਰ ਵੀਸੀ ਨੂੰ ਅਪਾਇੰਟ ਕੀਤਾ ਜਾ ਰਿਹਾ ਹੈ। ਇਹ ਸੁਪਰੀਮ ਕੋਰਟ ਦਾ ਕਹਿਣਾ ਹੈ। ਦੂਜਾ ਇਹ ਵੀ ਹੈ, ਸੁਪਰੀਮ ਕੋਰਟ ਨੇ ਕਿਹਾ ਜੇ ਸਟੇਟ ਲੈਜਿਸਲੇਸ਼ਨ ਤੇ ਸੈਂਟਰਲ ਲੈਜਿਸਲੇਸ਼ਨ ਦੇ ਵਿੱਚ ਕੰਟਰਾਡਿਕਸ਼ਨ ਹੋਵੇ ਤਾਂ ਸੈਂਟਰਲ ਲੈਜਿਸਲੇਸ਼ਨ ਵਿਲ ਪ੍ਰੀਵੇਲ, ਸੈਂਟਰਲ ਲੈਜਿਸਲੇਸ਼ਨ ਦਾ ਹੱਕ ਉੱਤੇ ਰਹੂਗਾ। ਇਹ ਆਰਟੀਕਲ 254 ਕਹਿੰਦਾ ਹੈ, ਕਿਉਂਕਿ ਐਜੂਕੇਸ਼ਨ ਸਟੇਟ ਲਿਸਟ ਨਹੀਂ ਹੈ, ਕੌਨਕਰੈਂਟ ਲਿਸਟ ਹੈ। ਇਹ ਗੱਲ ਆਮ ਆਦਮੀ ਪਾਰਟੀ ਨੂੰ ਅਜੇ ਸ਼ਾਇਦ ਸਮਝ ਨਹੀਂ ਇਸ ਚੀਜ਼ ਦੀ, ਇਹ ਚੀਜ਼ ਦਾ ਪਤਾ ਨਹੀਂ ਹੈ। ਤੇ ਬਾਕੀ ਸਾਰੀ ਗੱਲ ਪਤਾ ਕੀ ਹੈ, ਆਮ ਆਦਮੀ ਪਾਰਟੀ ਦੀ ਈਗੋ ਦੀ।
ਇਹ ਅੰਡਰਸਟੂਡ ਹੈ, ਬਟ ਆਬਵੀਅਸ ਹੈ ਕਿ ਇੱਕ ਸਟੇਟ ਦੀ ਅੱਛੀ ਗਵਰਨੈਂਸ ਲਈ ਗਵਰਨਰ ਤੇ ਗਵਰਨਮੈਂਟ ਦੇ ਵਿੱਚ ਕੋਰਡੀਅਲ ਰਿਲੇਸ਼ਨਸ ਹੋਣੇ ਚਾਹੀਦੇ ਆ। ਆਮ ਆਦਮੀ ਪਾਰਟੀ ਆਪਦੀ ਈਗੋ ਛੱਡ ਦੇ, ਈਗੋ ਸਾਈਡ ਤੇ ਰੱਖ ਦੇ, ਥੋੜੇ ਰੂਲਸ ਫੋਲੋ ਕਰ ਲੈਣ, ਗਵਰਨਰ ਸਾਹਿਬ ਨੂੰ ਕੌਨਫੀਡੈਂਸ ਲੈਣ, ਲੋਕਾਂ ਦਾ ਭਲਾ ਹੋ ਜਾਊਗਾ, ਇਹ ਇਸ਼ੂਜ਼ ਅਵੋਇਡ ਹੋ ਜਾਣਗੇ। ਦੂਜੀ ਗੱਲ ਮੇਰਾ ਇੰਨਾ ਕਹਿਣਾ ਸ਼੍ਰੋਮਣੀ ਅਕਾਲੀ ਦਲ ਨੂੰ ਇੰਨੀ ਕੁ ਰਿਕੁਐਸਟ ਹੈ, ਜੋ ਸਟੈਂਡ ਇਹਨਾਂ ਨੇ ਐਤਕੀ ਲਿਆ ਇਹ ਨਾ ਹੋਵੇ ਵੀ ਇਤਿਹਾਸ ਦੁਹਰਾਵੇ, ਜਿਵੇਂ ਕ੍ਰਿਸ਼ੀ ਕਾਨੂੰਨ ਵਾਲੇ ਇਹਨਾਂ ਨੇ ਹੱਕ ਚ ਵੀਡੀਓਜ਼ ਬਣਾ ਕੇ ਡਿਲੀਟ ਕਰਤੀਆਂ ਸੀਗੀਆਂ, ਸਟੈਂਡ ਯੂ ਟਰਨ ਲੈ ਲਿਆ ਸੀਗਾ, ਐਤਕੀ ਨਾ ਲੈਣ। ਮੇਰੀ ਇੰਨੀ ਅਪੀਲ ਹੈ ਸ਼੍ਰੋਮਣੀ ਅਕਾਲੀ ਦਲ। ਚਲੋ ਮੇਰੀ ਵੀ ਅਪੀਲ ਹੈ ਕਾਂਗਰਸ ਆਪਦਾ ਸਟੈਂਡ ਸਪਸ਼ਟ ਕਰ ਦੇਵੇ। ਮੈਂ ਬ੍ਰੇਕ ਲੈ ਕੇ ਆ ਰਿਹਾ ਧਾਨੀ ਸਾਹਿਬ ਆ ਰਿਹਾ ਤੁਹਾਡੇ। ਮੈਂ ਕਿਹਾ ਵੜਿੰਗ ਸਾਹਿਬ ਦਾ ਬਿਆਨ ਮੈਂ ਤੁਹਾਨੂੰ ਦੱਸਦਾ, ਮੈਂ ਵੀ ਤੁਹਾਨੂੰ ਉਹਦੇ ਵਿੱਚ ਸਟੈਂਡ ਨਹੀਂ ਹੈ। ਖੜਿਆਲ ਸਾਹਿਬ ਹੋ ਸਕਦਾ ਮੈਨੂੰ ਅੰਗਰੇਜ਼ੀ ਪੜ੍ਹਨੀ ਨਾ ਆਉਂਦੀ ਹੋਵੇ, ਪਰ ਉਹ ਚ ਸਟੈਂਡ ਨਹੀਂ ਮੈਨੂੰ ਪਤਾ ਲੱਗਿਆਗਾ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਪੰਜਾਬ 'ਚ ਕਿਸ ਦਾ ਹੁਕਮ ਚੱਲੇਗਾ, ਸਵਾਲ ਇਹੀ ਹੈ, ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ ਹੈ, ਰਾਜਪਾਲ ਤੇ ਆਪ ਸਰਕਾਰ 'ਚ ਵਾਧੇ ਟਕਰਾਅ ਵਿਚਾਲੇ ਪੰਜਾਬ ਅੱਗੇ ਚੁਣੌਤੀ ਕੀ ਹੈ? ਹਾਂ ਧਾਨੀ ਸਾਹਿਬ, ਲਾਸਟ ਪੁਆਇੰਟ ਪਲੀਜ਼। ਹਾਂ ਫਟਾਫਟ 1 ਸੈਕਿੰਡ ਲਈ ਬਸ। ਮੈਂ ਨਾ ਜਿਹੜੀ ਇਹਦੇ ਐਕਟ ਦੀ ਗੱਲ ਕੀਤੀ ਹੈਗੀ ਆ, ਉਹਦੇ ਵਿੱਚ ਸੈਕਸ਼ਨ 14 ਹੈਗਾ ਜਿਹੜਾ, ਉਸ 14 ਦਾ ਸਬਸੈਕਸ਼ਨ ਜੇ ਹੈ, ਦਾ ਅਪਾਇੰਟਮੈਂਟ ਆਫ ਵਾਈਸ ਚਾਂਸਲਰ ਸਬਜੈਕਟ ਟੂ ਦਾ ਪ੍ਰੋਵੀਜ਼ਨ ਆਫ ਸੈਕਸ਼ਨ 15। ਹੁਣ ਸੈਕਸ਼ਨ 15 ਕੀ ਕਹਿੰਦਾ? ਲਓ ਜੀ, ਸੈਕਸ਼ਨ 15 ਦੇਖੋ। ਦਾ ਵਾਈਸ ਚਾਂਸਲਰ ਸ਼ੈਲ ਬੀ ਹੋਲ ਟਾਈਮ ਆਫਿਸਰ ਆਫ ਦਾ corresponding university and shall be appointed by the board in prescribed manner। ਲਓ ਦੱਸੋ ਹੁਣ ਇੱਥੇ ਗਵਰਨਰ ਕਿੱਥੇ ਆਇਆ ਜੀ? ਇਹ ਤਾਂ ਬਿਲਕੁਲ ਕਲੀਅਰ ਹੈਗਾ। ਰੋਲਾ ਕੋ ਪੈ ਗਿਆ ਗਵਰਨਰ ਦਾ? ਫਿਰ ਮੈਂ ਉਹੀ ਪੁੱਛਦਾ ਨਾ, ਇਹ ਤਾਂ ਹੁਣ ਬੀਜੇਪੀ ਦੇ ਜਿਹੜੇ ਪ੍ਰਵਕਤਾ ਹੈਗੇ ਉਹ ਦੱਸਣ ਕਿ ਇਹ ਲਾਅ ਨੂੰ ਛਿੱਕੇ ਤੇ ਉਹਨਾਂ ਨੇ ਵੀ ਟੰਗਿਆ ਵਾ, ਇਹਨਾਂ ਨੇ ਵੀ ਟੰਗਿਆ ਵਾ। ਮਿਸਟਰ ਖੜਿਆਲ ਫਟਾਫਟ ਪਲੀਜ਼। ਮੈਂ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸੁਪਰੀਮ ਕੋਰਟ ਨੇ, ਕਿਉਂਕਿ ਇਹ ਕਨਫਿਊਜ਼ਨ ਸੀ ਜੋ ਧਾਰੀ ਸਾਹਿਬ ਕਹਿ ਰਹੇ ਹੈ, ਉਹਦੇ ਵਿੱਚ ਕਲੀਅਰ ਕਰਤਾ, ਜੇ ਸਟੇਟ ਦਾ ਐਕਟ ਤੇ ਸੈਂਟਰਲ ਦਾ ਐਕਟ ਵੱਖਰੀਆਂ ਚੀਜ਼ਾਂ ਕਹਿ ਰਹੇ ਹੈ ਤਾਂ ਸੈਂਟਰਲ ਐਕਟ, ਸੈਂਟਰਲ ਲੈਜਿਸਲੇਸ਼ਨ ਦਾ ਅਪਰ ਹੈਂਡ ਹੋਊਗਾ, ਸੈਂਟਰਲ ਲੈਜਿਸਲੇਸ਼ਨ ਪ੍ਰੀਵੇਲ ਕਰੂਗੀ। Therefore ਜਿਹੜੀ ਚੀਜ਼ ਧਾਰੀ ਸਾਹਿਬ ਕਹਿ ਰਹੇ ਹੈ ਉਹ ਠੀਕ ਨਹੀਂ ਹੈ। ਇਹਨਾਂ ਨੂੰ ਪਰਮਿਸ਼ਨ ਲੈਣ ਦੀ ਲੋੜ ਸੀ, UGC ਨੋਰਮਸ ਨੂੰ ਫੋਲੋ ਕਰਨ ਦੀ ਲੋੜ ਸੀ। ਆਨਰੇਬਲ ਸੁਪਰੀਮ ਕੋਰਟ ਦਾ ਵੀ ਕਹਿਣਾ ਆਰਟੀਕਲ 254 ਪੜ੍ਹ ਲੈਣ। ਤੇ ਦੂਜਾ, ਜਿਵੇਂ ਮੈਂ ਦੱਸਿਆ, ਅਪਾਇੰਟਮੈਂਟ ਆਫ ਵਾਈਸ ਚਾਂਸਲਰ ਕੈਨੋਟ ਬੀ ਕੰਟਰਰੀ ਟੂ ਦੀ UGC ਨੋਰਮਸ, ਇਹ ਵੀ ਆਨਰੇਬਲ ਸੁਪਰੀਮ ਕੋਰਟ ਦਾ ਕਹਿਣਾ ਹੈ। ਨਾ ਇਹ ਤੋਂ ਉੱਤੇ ਸਰਕਾਰ ਹੈ ਆਨਰੇਬਲ ਸੁਪਰੀਮ ਕੋਰਟ ਦੇ ਉੱਤੇ, ਨਾ ਇਹਨਾਂ ਦੇ MLAs ਹੈ ਤੇ ਨਾ ਸਪੋਕਸਪਰਸਨ ਹੈ। ਸੋ ਕਾਈਂਡਲੀ ਇਹ ਦੱਸ ਦੇਣ ਵੀ ਆਨਰੇਬਲ ਸੁਪਰੀਮ ਕੋਰਟ ਨੇ ਜੇ ਨਹੀਂ ਕਿਹਾ ਤਾਂ ਕੰਟਰਡਿਕਟ ਕਰਕੇ ਦੱਸ ਦੇਣ ਵੀ ਕੀ ਸੱਚ ਹੈ। ठीक है खालिद साहब, 1 मिनट आ रहा है। मैं बाब गरेवाल आर्टिकल 254 का जिक्र कर रहे हैं मिस्टर खड़ियाल। ਸਰ ਮੈਂ 2-3 ਗੱਲਾਂ ਕਰਨੀ ਚਾਹੁੰਦਾ। ਪਹਿਲਾਂ ਤਾਂ ਬੜੀ ਚਿੰਤਾ ਹੈ ਬੀਜੇਪੀ ਵਾਲਿਆਂ ਨੂੰ PAU ਦੇ ਬੱਚਿਆਂ ਦੀ। ਬਾਕੀ ਦੇ ਮੁਲਕ ਵੀ ਜਿੱਥੇ ਇੱਥੇ ਕਨਫਰੰਟੇਸ਼ਨਸ ਹੋ ਰਹੀਆਂ VC ਮੂਰੇ, ਉਹ ਵੀ ਬੱਚੇ ਆਪਣੀ ਨੇ। ਸਰ ਆਪਾਂ ਸਾਰੇ ਪਾਸੇ ਕਨਫਰੰਟੇਸ਼ਨ ਬੀਜੇਪੀ ਨਾਲ ਹੀ ਕਿਉਂ ਹੋ ਰਹੀ ਹੈ? ਇਹ ਕਿਉਂ ਹੋ ਰਿਹਾ ਕਿ ਹਰ ਥਾਂ ਤੇ ਬੀਜੇਪੀ ਦੇ ਅਪਾਇੰਟਡ ਗਵਰਨਰ ਸੀ ਜਾ ਕੇ ਕਰ ਰਹੇ? ਦੂਜੀ ਗੱਲ, ਜਿਹੜਾ ਗੱਲ ਕਰ ਰਹੇ ਨੇ ਧਾਰੀ ਸਾਹਿਬ ਸਹੀ ਕਰ ਰਹੇ ਆ, ਠੀਕ ਹੈ। ਸੁਪਰੀਮ ਕੋਰਟ ਨੇ ਕਲੀਅਰ ਕਰਤਾ ਕਿ ਸੈਂਟਰਲ ਲੈਜਿਸਲੇਸ਼ਨ ਉੱਤੇ ਹੋਗੀ। ਖਾਲਿਦ ਸਰ ਨੇ ਇਹੀ ਕਿਹਾ ਸੀ ਪਹਿਲਾਂ ਕਿ ਸੈਂਟਰਲ ਲੈਜਿਸਲੇਸ਼ਨ ਦੇ ਅਧੀਨ ਯੂਨੀਵਰਸਿਟੀ ਬਣੀ ਹੈ। ਜੇ ਸੈਂਟਰਲ ਲੈਜਿਸਲੇਸ਼ਨ ਦੇ ਅਧੀਨ ਬਣੀ ਹੈ ਸੋ ਜਿਹੜੇ ਰੂਲਸ ਲੱਗਣਗੇ ਉਹ ਸੈਂਟਰਲ ਲੈਜਿਸਲੇਸ਼ਨ ਦੇ ਲੱਗਣਗੇ। ਉਸੇ ਰੂਲਸ ਦੇ ਤਹਿਤ ਅਸੀਂ BC ਦੀ ਨਿਯੁਕਤੀ ਕੀਤੀ ਸੀਗੀ। ਤੇ ਮੋਸਟ ਇੰਪੋਰਟੈਂਟਲੀ ਸਰ, ਮੋਸਟ ਇੰਪੋਰਟੈਂਟਲੀ ਜਿਹੜੀ ਪਾਰਟੀ ਆਲਰੇਡੀ ਚਿੱਕੇ ਤੇ ਟੰਗ ਰਹੀ ਹੋਵੇ, ਪਹਿਲਾਂ ਟੰਗਦੀ ਰਹੀ ਹੋਵੇ ਫੈਡਰਲਿਜ਼ਮ ਨੂੰ, ਉਹ ਅੱਜ ਸਟੈਂਡ ਨਹੀਂ ਲਊਗੀ। ਕਿ ਬੀਜੇਪੀ ਨੇ ਅੱਜ ਜਦੋਂ ਫੈਡਰਲਿਜ਼ਮ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਕਿਵੇਂ ਸਟੈਂਡ ਲੈ ਲਊਗੀ ਜਦੋਂ ਉਹਨਾਂ ਨੇ ਪਹਿਲਾਂ ਫੈਡਰਲ ਸਟਰਕਚਰ ਨੂੰ ਢਾਹ ਲਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ। ਬੀਜੇਪੀ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਅਸੀਂ ਇਮੈਚੁਰ, ਅਸੀਂ ਸਾਰਾ ਕੁਝ, ਬਟ ਅਸੀਂ ਡੈਮੋਕ੍ਰੈਟਿਕਲੀ ਇਲੈਕਟਿਡ ਗਵਰਨਮੈਂਟ ਆ ਤੇ ਡੈਮੋਕ੍ਰੈਟਿਕਲੀ ਇਲੈਕਟਿਡ ਜਿਹੜੀ ਹੈਗੀ ਗਵਰਨਮੈਂਟ ਨੂੰ ਸਬਵਰਟ ਨਹੀਂ ਕਰਨਾ ਚਾਹੀਦਾ। ਉਹਨਾਂ ਦੀ ਜਿਹੜੀਆਂ ਡਿਸੀਜਨਸ ਨੇ, ਕਿਉਂਕਿ ਗਵਰਨਰ ਸਾਹਿਬ is in effect a representative of the center ਤੇ ਉਹਨਾਂ ਦਾ ਹਰ ਇੱਕ ਕੰਡਕਟ ਇਹ ਦਿਖਾਉਂਦਾ ਕਿ ਸੈਂਟਰ ਕੀ ਚਾਹੁੰਦਾ। ਤੇ ਜੇ ਸੈਂਟਰ ਹਰ ਸਟੇਟ 'ਚ ਨਾਨ BJP ਸਟੇਟ 'ਚ ਕਨਫਰੰਟੇਸ਼ਨ ਚਾਹੁੰਦਾ ਤਾਂ ਉਹ ਫੈਡਰਲ ਸਟਰਕਚਰ ਲਈ ਠੀਕ ਨਹੀਂ ਹੈ, ਇਹ ਸੰਵਿਧਾਨ ਲਈ ਖਤਰਨਾਕ ਹੈ ਤੇ ਇਸ ਨੂੰ ਗਲਤ ਨਹੀਂ ਹੋਣ ਦੇਣਾ ਚਾਹੀਦਾ। ਚਲੋ ਖਾਲਿਦ ਸਾਹਿਬ ਕੀ ਕਹਿਣਾ ਚਾਹੁੰਦੇ ਜੀ? ਦੇਖੋ ਮੈਂ 2-3 ਗੱਲਾਂ ਇਹ ਕਹਾਂਗਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹਨ ਕਿ UGC ਦੇ ਨੋਰਮਸ ਤਾਂ ਫੋਲੋ ਹੋਣਗੇ ਜਿੱਥੇ ਤੱਕ ਕਿਸੇ ਵਾਈਸ ਚਾਂਸਲਰ ਕਿਸੇ ਵੀ ਜਗ੍ਹਾ ਵਾਈਸ ਚਾਂਸਲਰ ਅਪਾਇੰਟ ਹੋਏਗਾ। दूसरी चीज हैगी है कि आम आदमी पार्टी एक कर सकती थी कि या तो पैनल भेज दी, या क्योंकि जिस वेले भी कोई वाइस चांसलर अपॉइंट होता है ਤਾਂ ਕਈ ਮਹਿਕਮਿਆਂ ਤੋਂ ਉਹਦੀ ਕਲੀਅਰੈਂਸ ਲੈਤੀ ਜਾਂਦੀ ਹੈ, ਵਿਜੀਲੈਂਸ ਤੋਂ, ਫਲਾਣੇ ਤੋਂ, CID ਤੋਂ। ਮੇਰਾ ਖਿਆਲ ਹੈ ਲੀਗਲ ਵਿਊ ਪੁਆਇੰਟ ਵੀ ਇਹਨਾਂ ਨੇ ਆਪਣੇ ਜਿਹੜੇ AG ਆਫਿਸ ਤੋਂ ਲੈਤਾ ਹੋਣਾ ਹੈ
ਕਿ ਕਿਆ ਅਸੀਂ ਅਪਾਇੰਟਮੈਂਟ ਠੀਕ ਕਰਨ ਜਾ ਰਹੇ ਹਾਂ, ਕਿਉਂਕਿ ਇੱਕ ਮੇਜਰ ਅਪਾਇੰਟਮੈਂਟ ਹੈ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜਾ ਗਵਰਨਰ ਦਾ ਲੈਟਰ ਹੈ ਉਹਦਾ ਟੋਨ ਐਂਡ ਟੈਨਰ ਜਿਹੜਾ ਹੈਗਾ ਉਹ ਤੁਸੀਂ ਅਗਰ ਪੜ੍ਹ ਕੇ ਦੇਖੋ, ਉਹਦੇ ਵਿੱਚ ਵਾਰਨਿੰਗ ਵੀ ਹੈ ਔਰ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਹਾਰਸ਼ ਵੀ ਹੈ ਵਰਡਿੰਗ ਥੋੜੀ ਜਿਹੀ, ਉਹਨੂੰ ਵੀ ਥੋੜਾ ਟੋਨ ਡਾਊਨ ਕੀਤਾ ਜਾ ਸਕਦਾ ਸੀਗਾ ਅਗਰ ਤੁਸੀਂ ਠੀਕ ਢੰਗ ਦੇ ਨਾਲ ਸਟੇਟ ਦੀਆਂ ਯੂਨੀਵਰਸਿਟੀਆਂ ਨੂੰ ਚਲਾਉਣਾ ਜਾਂ ਗਵਰਨਰ ਤੇ ਸਟੇਟ ਗਵਰਨਮੈਂਟ ਦੇ ਵਿੱਚ ਕੋਆਰਡੀਨੇਸ਼ਨ ਪ੍ਰੋਪਰ ਰੱਖਣੀ ਹੈ। ਅਗਰ ਇਹ ਕਨਫਰੰਟੇਸ਼ਨ ਦੋਨਾਂ ਪਾਸੋਂ ਚੱਲਦੀ ਰਹੀ ਤਾਂ ਇਟ ਵਿਲ ਬੀ ਵੈਰੀ ਡਿਫਿਕਲਟ ਸਾਰੀਆਂ ਯੂਨੀਵਰਸਿਟੀਆਂ ਵਾਸਤੇ। ਔਰ ਮੈਂ ਤੁਹਾਨੂੰ ਲਾਸਟ ਦੇ ਵਿੱਚ ਇਹ ਗੱਲ ਕਹਾਂਗਾ ਕਿ ਆਮ ਤੌਰ ਪਰ ਇਹ ਹੁੰਦਾ ਹੈ ਕਿ ਜਿਸ ਵੇਲੇ ਕਿਸੇ ਵੀ ਵਾਈਸ ਚਾਂਸਲਰ ਨੂੰ ਅਪਾਇੰਟ ਕੀਤਾ ਜਾਂਦਾ ਹੈ ਤਾਂ ਪੈਨਲ ਬਣਦਾ, ਇੱਕ ਸਰਚ ਕਮੇਟੀ ਬਣਦੀ ਹੈ, ਕੱਲਾ ਨਾਂ ਨਹੀਂ ਜ਼ਿਆਦਾ ਕਰਦਾ। ਉਹਦੇ ਵਿੱਚ ਅਗਰ ਗਵਰਨਰ ਅਪਾਇੰਟ ਕਰਦਾ ਹੈ, ਧਾਰਨੀ ਸਾਹਿਬ ਇਹਦੇ ਨਾਲ ਕਹਿੰਦੇ ਗਵਰਨਰ ਨਹੀਂ ਅਪਾਇੰਟ ਕਰਦਾ, ਧਾਰਨੀ ਸਾਹਿਬ ਇਹਦੇ ਵਿੱਚ ਇੱਕ ਚੀਜ਼ ਕਹੀ ਹੈ ਕਿ ਬੋਰਡ ਵੀ ਅਪਾਇੰਟ ਕਰੇਗਾ ਅਕੋਰਡਿੰਗ ਟੂ ਦਾ ਪ੍ਰੈਸਕ੍ਰਾਈਬਡ ਪ੍ਰੋਸੀਜਰ। ਪ੍ਰੈਸਕ੍ਰਾਈਬਡ ਪ੍ਰੋਸੀਜਰ ਦੇ ਵਿੱਚ ਉਹ ਸਾਰਾ ਕੁਝ ਆ ਜਾਂਦਾ ਹੈ, UGC ਵੀ ਆ ਜਾਂਦਾ ਹੈ, ਹੋਰ ਸਾਰਾ ਕੁਝ ਵੀ ਆ ਜਾਂਦਾ ਹੈ। ਇਸ ਕਰਕੇ ਸਟੇਟ ਗਵਰਨਮੈਂਟ ਨੂੰ ਵੀ ਥੋੜਾ ਧਿਆਨ ਦੇਣਾ ਚਾਹੀਦਾ। ਖਾਲਿਸਾ ਮੈਨੂੰ ਥੋੜਾ ਸਮਝਾ ਦਿਓ, ਜਿਵੇਂ 3 ਜਣਿਆਂ ਦਾ ਪੈਨਲ ਇਹਨਾਂ ਨੇ ਸਰਕਾਰ ਨੇ ਭੇਜਣਾ, ਹੋ ਸਕਦਾ ਕਿ ਇਹਨਾਂ ਨੂੰ ਅਫਸਰ ਵੀ ਗੁੰਮਰਾਹ ਕਰਦੇ ਹੋਣ। ਜੇ 3 ਜਣਿਆਂ ਦਾ ਪੈਨਲ ਭੇਜਣਾ ਤੇ ਉਹਦੇ ਵਿੱਚ ਤਕਰੀਬਨ ਇਹ ਹੁੰਦਾ ਖਾਲਿਦ ਸਾਹਿਬ ਕਿ 1 2 3 ਜਿਹੜਾ ਤੁਸੀਂ ਪੈਨਲ ਭੇਜਿਆ, 1 ਨੰਬਰ ਤੇ ਅਕਸਰ ਹੀ ਗਵਰਨਰ ਵੱਲੋਂ ਮੋਹਰ ਲੱਗ ਜਾਂਦੀ ਹੈ। ਖਾਲਿਦ ਸਾਹਿਬ, ਐਮ ਆਈ ਰਾਈਟ অর ਰੋਂਗ? ਬਿਲਕੁਲ, ਦੇਖੋ ਇਦਾਂ ਮੈਂ ਖੁਦ ਸਰਚ ਕਮੇਟੀਆਂ ਤੇ ਰਿਹਾ ਮੇਜਰ ਅਪਾਇੰਟਮੈਂਟਸ ਦੀਆਂ ਸਟੇਟਸ ਦੀਆਂ, ਔਰ ਉਹਦੇ ਵਿੱਚ ਅਸੀਂ ਜਿਸ ਵੇਲੇ ਕੋਈ ਵੀ ਬਾਇਓਡਾਟਾ ਸਾਰੇ ਸਾਡੇ ਸਾਹਮਣੇ ਆਉਂਦੇ ਆ, ਉਹਦੇ ਵਿੱਚ ਅਸੀਂ ਦੇਖਦੇ ਹਾਂ ਵੀ ਹੂ ਇਜ਼ ਨੰਬਰ 1, ਹੂ ਇਜ਼ ਦ ਬੈਸਟ, ਉਹਨੂੰ ਅਸੀਂ ਨੰਬਰ 1 ਤੇ ਰੱਖਦੇ ਹਾਂ। ਔਰ ਕਈ ਜਗ੍ਹਾ ਐਸਾ ਵੀ ਹੁੰਦਾ ਹੈ ਸਟੇਟ ਗਵਰਨਮੈਂਟ ਜਾਂ ਉਹਦੇ ਜਿਹੜੇ ਪ੍ਰਤੀਨਿਧੀ ਵਿੱਚ ਹੋਰ ਬੈਠੇ ਆ ਉਹਨਾਂ ਵੱਲੋਂ ਹੁੰਦਾ ਹੈ ਕਿ ਆਹ ਜਿਹੜਾ ਬੰਦਾ ਹੈ ਇਹਦੇ ਪਰ ਜ਼ਿਆਦਾ ਨਿਗਾਹ ਹੈਗੀ ਹੈ ਸਟੇਟ ਦੀ ਜਾਂ ਸਟੇਟ ਕਰਨਾ ਚਾਹੁੰਦਾ, ਨੰਬਰ 1 ਤੇ ਹੋ ਜਾਂਦਾ, ਕਿਉਂਕਿ ਉੱਥੇ 19-21 ਦੀ ਫਰਕ ਹੁੰਦਾ ਹੈ, ਸਾਰੇ ਬਾਇਓਡਾਟਾ ਤਕਰੀਬਨ ਬਰਾਬਰ ਹੀ ਹੁੰਦੇ ਆ। ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਜਿਹੜਾ ਹੈਗਾ ਸਟੇਟ ਗਵਰਨਮੈਂਟ ਨੂੰ ਪਹਿਲਾਂ ਰੱਖ ਲੈਣਾ ਚਾਹੀਦਾ ਹੈ। ਠੀਕ ਹੈ ਮਿਸਟਰ ਧਾਰਨੀ, ਇੱਕ ਮਿੰਟ ਆ ਰਿਹਾ ਸੰਜੇ ਕਪੂਰ ਜੀ, ਡਾਕਟਰ ਗੋਸਲ, ਡਾਕਟਰ ਵਾਂਡਰ, ਬਹੁਤ ਵੱਡੇ ਨਾਮ ਹੈ ਸਰ। ਉਹ ਤੁਹਾਡੀ ਇਸ ਪੋਲਿਟਿਕਸ ਦੇ ਵਿੱਚ, ਤੁਹਾਡੀ ਰਾਜਨੀਤੀ ਦੇ ਵਿਚਾਲੇ ਉਹ ਚੱਕੀ 'ਚ ਪਿੱਸੇ ਜਾ ਰਹੇ ਆ ਸਰ। ਉਹਨਾਂ ਨੇ ਇੰਨੀਆਂ ਡਿਗਰੀਆਂ ਹਾਸਲ ਕੀਤੀਆਂ, ਉਹ ਸਿਰਫ ਰਾਜਨੀਤੀ ਦੇ ਮੋਹਰੇ ਬਣ ਕੇ ਰਹਿ ਗਏ ਇਸ ਵਕਤ। ਸੰਜੇ ਕਪੂਰ ਜੀ, ਮੈਨੂੰ ਤਾਂ ਉਹਨਾਂ ਬਾਰੇ ਜਿਹੜੀ ਫਿਕਰ ਹੈ ਉਹ ਤੁਹਾਡੇ 'ਚੋਂ ਕੋਈ ਨਹੀਂ ਜਿਤਾ ਰਿਹਾ। ਉਹਨਾਂ ਦਾ ਕੀ ਰੋਲ ਹੈ ਇਸ ਵਕਤ? KP ਸਿੰਘ ਜੀ, ਪਹਿਲੇ ਤਾਂ ਸਭ ਤੋਂ ਪਹਿਲੇ ਗੱਲ ਸਮਝਣ ਦੀ ਹੈ ਕਿ ਰਾਜਨੀਤੀ ਕਰਦਾ ਕੌਣ ਪਿਆ ਹੈ। ਰਾਜਨੀਤੀ ਭਾਰਤੀ ਜਨਤਾ ਪਾਰਟੀ ਨਹੀਂ ਕਰ ਰਹੀ, ਰਾਜਨੀਤੀ ਆਮ ਆਦਮੀ ਪਾਰਟੀ ਕਰ ਰਹੀ ਹੈ। ਹੁਣੇ ਗਰੇਵਾਲ ਸਾਹਿਬ ਨੇ ਵੀ ਇਹ ਗੱਲ ਮੰਨ ਲਈ, ਖਾਲਿਦ ਸਾਹਿਬ ਨੇ ਵੀ ਇਹ ਗੱਲ ਕੀਤੀ ਕਿ UGC ਨੋਰਮਸ ਨੂੰ ਫੋਲੋ ਕਰਨਾ ਚਾਹੀਦਾ ਹੈ। ਤੇ ਇਹਨਾਂ ਦੀ ਪ੍ਰੈਸ ਕਾਨਫਰੰਸ ਸੁਣ ਲਓ ਤੇ ਕਲੀਅਰ ਕੱਟ ਕਹਿੰਦੇ ਆ ਕਿ ਕੋਈ ਸਾਨੂੰ ਨੋਰਮ ਫੋਲੋ ਕਰਨ ਦੀ ਲੋੜ ਨਹੀਂ ਗੀ, ਸਾਨੂੰ ਗਵਰਨਰ ਨੂੰ ਕੋਈ ਲਿਸਟ ਬਣਾ ਕੇ ਭੇਜਣ ਦੀ ਲੋੜ ਨਹੀਂ। ਹੁਣ ਇੱਥੋਂ ਦੇ ਖਾਲਿਦ ਸਾਹਿਬ ਨੇ ਵੀ ਬੜੀ ਕਲੀਅਰਲੀ ਖੜਿਆ, ਉਹਨਾਂ ਨੇ ਕਿਹਾ, ਆਮ ਆਦਮੀ ਪਾਰਟੀ ਦੇ ਮੰਤਰੀ ਨੇ ਕਿਹਾ ਕਿ ਗਵਰਨਰ ਸਾਹਿਬ ਨੂੰ ਐਕਟ ਪੜ੍ਹਨਾ ਚਾਹੀਦਾ। ਸੈਂਟਰਲ ਲੈਜਿਸਲੇਸ਼ਨ ਜਦੋਂ ਬੇਸਿਕਲੀ ਹੈ ਉਹ ਅਪਲਾਈ ਕਰੇਗਾ ਤੇ ਫਿਰ ਡੈਫੀਨਿਟਲੀ ਗੱਲ ਬਹੁਤ ਕਲੀਅਰ ਕੱਟ ਹੋਈ ਹੈ। ਇਵਨ ਕਿ ਜਿਹੜਾ ਰੂਲ 15 ਦੀ ਗੱਲ ਕਰਦੇ ਪਏ ਉਹ ਚ ਪ੍ਰਿਸਕ੍ਰਾਈਬਡ ਮੈਨਰ ਜਿਹੜਾ ਕਲੀਅਰ ਕੱਟ ਲਿਖਿਆ ਹੋਇਆ ਹੈ ਉਹ ਇਹੋ ਇੰਡੀਕੇਟ ਕਰ ਰਿਹਾ ਕਿ ਜਿਹੜਾ ਪ੍ਰਿਸਕ੍ਰਾਈਬਡ ਮੈਨਰ ਹੈ। ਚਲੋ ਸੰਜੇ ਕਪੂਰ ਜੀ ਇਹ ਸਾਫ਼ ਕਰ, ਸੰਜੇ ਕਪੂਰ ਜੀ ਇਹ ਸਾਫ਼ ਕਰ ਦਿਓ, ਮਾਫੀ ਰਾਜਪਾਲ ਨੂੰ ਮੰਗਣੀ ਚਾਹੀਦੀ ਹੈ ਜਾਂ ਸਰਕਾਰ ਨੂੰ ਮੰਗਣੀ ਚਾਹੀਦੀ ਹੈ? देखो डेफिनेटली राज्यपाल ने अपना स्टैंड बिल्कुल क्लियर कर दिता है कि स्टेट गवर्नमेंट ने अपना प्रोसीजर फॉलो नहीं किया हैगा। उन्हें स्टेट गवर्नमेंट ਨੂੰ ਦੇਖਣਾ ਹੈਗਾ ਵਾ ਕਿ ਰਾਜਪਾਲ ਦੀ ਲੈਟਰ ਦੇ ਮੱਦੇਨਜ਼ਰ ਕੀ ਐਕਸ਼ਨ ਲੈਣਾ ਚਾਹੁੰਦੇ ਹੈ। ਚਲੋ ਮਾਫੀ ਕਿਹਨੂੰ ਮੰਗਣੀ ਚਾਹੀਦੀ ਹੈ ਸੰਜੇ ਕਪੂਰ ਜੀ? ਗਵਰਨਰ ਨੂੰ ਜਾਂ ਸਰਕਾਰ ਨੂੰ? ਸਰ ਗਵਰਨਰ ਨੂੰ ਜਾਂ ਸਰਕਾਰ ਨੂੰ ਕਿਹਨੂੰ ਮਾਫੀ ਮੰਗਣੀ ਚਾਹੀਦੀ ਹੈ? देखो मेरा ਇਹਦੇ ਤੇ ਕੋਈ ਕਮੈਂਟ ਨਹੀਂ ਹੈ, ਮੈਂ ਤਾਂ ਤੁਹਾਨੂੰ ਬਹੁਤ ਕਲੀਅਰ ਕਹਿ ਦਿੱਤਾ ਹੈਗਾ। ਹਾਂ ਗਰੇਵਾਲ ਸਾਹਿਬ ਫਟਾਫਟ ਪਲੀਜ਼, ਗਰੇਵਾਲ ਸਾਹਿਬ ਫਟਾਫਟ। ਹਾਂ ਸਰ ਛੋਟੀ ਜੀ ਗੱਲ, ਇਹ ਸੈਂਟਰਲ ਰਜਿਸਟ੍ਰੇਸ਼ਨ ਰਾਹੀਂ ਬਣੀ ਯੂਨੀਵਰਸਿਟੀ ਹੈ ਤਾਂ ਉਹੀ ਰੂਲ ਅਪਲਾਈ ਕਰ ਰਹੇ, ਕੁਝ ਬਾਹਰੋਂ ਨਹੀਂ ਲਿਆ ਰਹੇ। ਦੂਜੀ ਗੱਲ, ਪੰਜਾਬ ਦੇ ਹਿੱਤ ਲਈ ਗਵਰਨਰ ਸਾਹਿਬ ਹਾਮੀ ਭਰ ਦੇਣ, ਮਾਫੀ ਅਸੀਂ ਮੰਗ ਲਾਂਗੇ, ਪੈਰ ਵੀ ਫੜ ਲਾਂਗੇ, ਪਰ ਪੰਜਾਬ ਦੇ ਹਿੱਤ ਨਾ ਖਰਾਬ। ਹਾਂ ਧਾਰੀ ਸਾਹਿਬ ਫਟਾਫਟ ਪਲੀਜ਼। ਦੇਖੋ ਜਿੱਥੋਂ ਤੱਕ ਖਾਲਿਦ ਸਾਹਿਬ ਨੇ ਗੱਲ ਕਰੀ ਹੈਗੀ ਹੈ ਨਾ, ਉਹਨਾਂ ਨੇ ਆਪਣੇ ਬਾਕੀ ਯੂਨੀਵਰਸਿਟੀ ਦੇ ਮੁਤਾਬਕ ਕੀਤੀ ਹੈ। ਇਹਦੇ ਵਿੱਚ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਬੋਰਡ ਐਗਰੀਕਲਚਰ ਯੂਨੀਵਰਸਿਟੀ ਦਾ, ਇਟ ਇਜ਼ ਆਲਰੇਡੀ ਕਨਸਟੀਟਿਊਟਡ ਐਂਡ ਨੋਟੀਫਾਈਡ। ਜਾਂ ਤਾਂ ਉਹਨੂੰ ਤੋੜ ਦੇ। ਇਹਦੇ ਵਿੱਚ ਅੱਗੇ ਐਕਟ ਦੇ ਵਿੱਚ ਇਹ ਕਹਿੰਦਾ ਹੈਗਾ ਕਿ ਜੇ ਬੋਰਡ ਦੇ ਵਿੱਚੋਂ ਡਿਸੈਂਡਿੰਗ ਨੋਟ ਆ ਜਾਂਦੇ ਹੈਗੇ ਆ ਦੈਨ ਉਹਦੀ ਅਪਾਇੰਟਮੈਂਟ ਜਿਹੜਾ ਹੈਗਾ ਕੁਐਸਚਨ ਹੈ, ਅਦਰਵਾਈਜ਼ ਹੀ ਹੈਜ਼ ਨੋ ਰਾਈਟ। ਖਾਲਿਦ ਸਾਹਿਬ ਲਾਸਟ ਕਮੈਂਟ ਦਿਓ ਫਟਾਫਟ ਸਰ। ਖਾਲਿਦ ਸਾਹਿਬ ਫਟਾਫਟ 30 ਸੈਕਿੰਡ ਦੇ ਵਿੱਚ। ਖਾਲਿਦ ਸਾਹਿਬ ਜਦੋਂ ਸਰਹੱਦਾਂ ਦਾ ਜਾਇਜ਼ਾ ਲੈ ਰਹੇ ਸੀ ਗਵਰਨਰ ਸਾਹਿਬ, ਜੇ ਉਦੋਂ ਆਮ ਆਦਮੀ ਪਾਰਟੀ ਰਿਐਕਟ ਕੀਤਾ ਹੁੰਦਾ ਤੇ ਅੱਜ ਇਹ ਪੋਜੀਸ਼ਨ ਨਾ ਹੁੰਦੀ। ਖਾਲਿਦ ਸਾਹਿਬ ਐਮ ਆਈ ਰਾਈਟ অর ਰੋਂਗ?
ਦੇਖੋ ਗਵਰਨਰ ਨੂੰ ਆਪਣੀ ਕਨਸਟੀਟਿਊਸ਼ਨਲ ਪੋਜੀਸ਼ਨ ਤੋਂ ਅੱਗੇ ਨਹੀਂ ਵਧਣਾ ਚਾਹੀਦਾ, ਬਲਕਿ ਕਈ ਜਗ੍ਹਾ ਤੇ ਕਿਹਾ ਗਿਆ ਹੈ ਕਿ ਗਵਰਨਰ ਸ਼ੁੱਡ ਨਾਟ ਬੀ ਬਰਡਨਡ ਵਿਦ ਪਾਵਰ, यानी वो सिर्फ कॉन्स्टिट्यूशन ही रहना चाहिए, ज्यादा पावरां नहीं खालिद साहब, मेरा सवाल बड़ा स्पेसिफिक ਸੀਗਾ ਖਾਲਿਦ ਸਾਹਿਬ। ਸਰਹੱਦਾਂ ਤੇ ਜਦੋਂ ਗਵਰਨਰ ਸਾਹਿਬ ਗਏ ਆਮ ਆਦਮੀ ਪਾਰਟੀ ਸਰਕਾਰ ਨੇ ਉਦੋਂ ਰੈਕਟ ਨਹੀਂ ਕੀਤਾ, ਤਾਂ ਅੱਜ ਸਾਨੂੰ ਬਹਿਸ ਕਰਨੀ ਪੈ ਰਹੀ ਹੈ। ਐਮ ਆਈ ਰਾਈਟ ਔਰ ਰੋਂਗ? ਦੇਖੋ ਇਹ ਤਾਂ ਅਗਰ ਸਰਕਾਰ ਆਪਣੀ ਟਰਫ ਨੂੰ ਬਚਾ ਨਹੀਂ ਸਕਦੀ ਤਾਂ ਦੂਸਰਾ ਤਾਂ ਉਹਨੂੰ ਕਵਰ ਕਰੂਗਾ। ਚਲੋ ਬਹੁਤ ਧੰਨਵਾਦ ਖਾਲਿਦ ਸਾਹਿਬ, ਬਹੁਤ ਧੰਨਵਾਦ। ਪੰਜਾਬ 'ਚ ਕਿਸ ਦਾ ਹੁਕਮ ਚੱਲੇਗਾ ਹੀ ਡਿਬੇਟ ਕੀਤੀ ਸੀ। ਗਾਰੇਵਾਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਖੜਿਆਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਧਾਨੀ ਸਾਹਿਬ ਤੁਹਾਡਾ ਬਹੁਤ ਧੰਨਵਾਦ, ਸੰਜੇ ਕਪੂਰ ਤੁਹਾਡਾ ਬਹੁਤ ਧੰਨਵਾਦ। ਪੰਜਾਬ 'ਚ ਕਿਸ ਦਾ ਹੁਕਮ ਚੱਲੇਗਾ ਡਿਬੇਟ ਤੁਹਾਡੇ ਸਾਹਮਣੇ ਪਈ ਹੈ। ਚੁਣੀ ਹੋਈ ਸਰਕਾਰ ਕਹਿੰਦੀ ਹੈ ਸਾਡਾ ਹੁਕਮ ਚੱਲੇਗਾ, ਗਵਰਨਰ ਸਾਹਿਬ ਕਹਿੰਦੇ ਹੈ ਜੋ ਕਾਨੂੰਨ ਦੇ ਤਹਿਤ ਹੈ ਮੈਂ ਉਹ ਕਰੂੰਗਾ, ਸਰਕਾਰ ਕਹਿੰਦੀ ਹੈ ਅਸੀਂ ਕਾਨੂੰਨ ਦੇ ਮੁਤਾਬਕ ਕੰਮ ਕਰਦੇ ਪਏ ਹਾਂ, ਤੇ ਬੀਜੇਪੀ ਇਹ ਕਹਿੰਦੀ ਪਈ ਹੈ ਇਹ ਗੈਰ ਸੰਵਿਧਾਨਿਕ ਕੰਮ ਕਰਦੇ ਪਏ ਹੈ। ਫੈਸਲਾ ਤੁਹਾਡੇ ਸਾਹਮਣੇ ਹੈ, ਡਿਬੇਟ ਤੁਹਾਡੇ ਸਾਹਮਣੇ ਹੈ, ਇਹ ਐਕਟ ਹੈ ਉਹ ਵੀ ਤੁਹਾਡੇ ਸਾਹਮਣੇ। ਬਹੁਤ ਧੰਨਵਾਦ।